ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ 'ਚ ਮੇਰਾ ਸਾਥ ਦੇ ਰਹੇ ਨੇ ਦਲਜੀਤ ਸਿੰਘ ਜੀ। ਸੋ ਦਲਜੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦੇਵ ਸਿੱਧੂ ਸਾਹਿਬ ਤੇ ਸਾਰੇ ਇੰਡੋਜ਼ ਟੀਵੀ ਦੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਵਧੀਆ ਬਤੀਤ ਹੋਇਆ ਹੋਵੇਗਾ ਜੀ। ਸੋ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਹਫਤੇ ਜੋ ਵੀ ਚੰਗਾ ਮਾੜਾ ਵਾਪਰਦਾ ਆ ਉਹਦੇ ਵਿੱਚੋਂ ਕੁਛ ਕੁ ਖਾਸ ਖਬਰਾਂ, ਕੁਛ ਕੁ ਖਾਸ ਮੁੱਦੇ ਅਸੀਂ ਤੁਹਾਡੇ ਤੱਕ ਲੈ ਕੇ ਪਹੁੰਚਦੇ ਹਾਂ। ਸੋ ਅੱਜ ਵੀ ਕੁਛ ਕੁ ਮਸਲੇ ਨੇ ਜਿਨ੍ਹਾਂ ਤੇ ਆਪਾਂ ਦਲਜੀਤ ਸਿੰਘ ਹੁਣਾਂ ਦੀ ਰਾਏ ਲੈਣੀ ਆ। ਸੋ ਦਲਜੀਤ ਜੀ, ਸਭ ਤੋਂ ਪਹਿਲਾਂ ਗੱਲ ਕਰਨੀ ਚਾਹੂੰਗਾ ਜੀ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ, ਜਿਨ੍ਹਾਂ ਵੱਲੋਂ ਬੀਤੇ ਦਿਨੀ ਭੂਟਾਨ ਦਾ ਦੌਰਾ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਕਿ ਭੂਟਾਨ ਵਰਗੇ ਚੰਗੇ ਗੁਆਂਢੀ ਤੇ ਉਹਨਾਂ ਨੂੰ ਮਾਣ ਆ ਤੇ ਉਹ ਆਸ਼ਾ ਕਰਦੇ ਆ ਕਿ ਭਾਰਤ ਤੇ ਭੂਟਾਨ ਦੇ ਰਿਸ਼ਤੇ ਜਿਹੜੇ ਆ ਉਹ ਇਦਾਂ ਹੀ ਬਰਕਰਾਰ ਰਹਿਣ। ਪਰ ਇਹ ਗੱਲ ਜਿਹੜੀ ਹੈ ਚਾਈਨਾ ਨੂੰ ਹਜਮ ਹੁੰਦੀ ਨਹੀਂ ਲੱਗਦੀ। ਸੋ ਮੈਂ ਥੋੜਾ ਇਹ ਸਮਝਾਓ ਕਿ ਭਾਰਤ ਤੇ ਭੂਟਾਨ ਦੇ ਜਿਹੜੀ ਦੋਸਤੀ ਆ ਉਹ ਚਾਈਨਾ ਨੂੰ ਇੰਨੀ ਕਿਉਂ ਰੜਕਦੀ ਆ? ਭੂਟਾਨ ਸਾਡਾ ਮੈਨੂੰ ਲੱਗਦਾ ਵੀ ਸਭ ਤੋਂ ਇਮਾਨਦਾਰ ਗੁਆਂਢੀ ਜੀ। ਹਾਂ, ਜੇ ਅਸੀਂ ਕੰਪੇਅਰ ਕਰੀਏ ਉਹਦੇ ਨਾਲ ਪਾਕਿਸਤਾਨ ਦੇ ਨਾਲ ਤੇ ਪਾਕਿਸਤਾਨ ਦੇ ਨਾਲ ਸਾਡੀ ਹਮੇਸ਼ਾ ਖੜਕਦੀ ਰਹਿੰਦੀ ਆ। ਜਦ ਕਿ ਸਾਡੇ ਜਿਹੜੇ ਗੁਆਂਢੀ ਦੇਸ਼ ਆ ਉਹਦੇ ਵਿੱਚ ਭੂਟਾਨ ਵੀ ਆਉਂਦਾ, ਨੇਪਾਲ ਵੀ ਆਉਂਦਾ, ਬੰਗਲਾਦੇਸ਼ ਵੀ ਆਉਂਦਾ, ਸ਼੍ਰੀਲੰਕਾ ਵੀ ਆਉਂਦਾ। ਚਲੋ ਸ਼੍ਰੀਲੰਕਾ ਦੇ ਵਿੱਚ ਵੀ ਚਾਈਨਾ ਨੇ ਬਹੁਤ ਜ਼ਿਆਦਾ ਇੰਟਰਫੇਰੈਂਸ ਕੀਤੀ ਆ ਤੇ ਉੱਤੇ ਦੀ ਜਿਹੜੀ ਬੰਦਰਗਾਹ ਦੇ ਵਿੱਚ ਵੀ ਗਏ ਆ, ਉਹਨਾਂ ਨਾਲ ਕੁਝ ਸਮਝੌਤੇ ਵੀ ਕੀਤੇ ਆ। ਨੇਪਾਲ ਦੇ ਵਿੱਚ ਜਦੋਂ ਦੀ ਮਾਇਓਵਾਦੀ ਸਰਕਾਰ ਆਈ ਆ ਉਦੋਂ ਦੇ ਕਾਫੀ ਹਾਲਾਤ ਜਿਹੜੇ ਆ ਚਾਈਨਾ ਦੇ ਪੱਖ ਦੇ ਵਿੱਚ ਗਏ ਆ। ਪਹਿਲਾਂ ਨੇਪਾਲ ਨਾਲ ਵੀ ਸਾਡੇ ਸੰਬੰਧ ਬਹੁਤ ਵਧੀਆ ਰਹੇ ਆ, ਪਰ ਜਦੋਂ ਦੀ ਮਾਓਵਾਦੀ ਜਿਹੜੀ ਸਰਕਾਰ ਜਿਹੜੀ ਕਿ ਚਾਈਨਾ ਨੇ ਬਣਾਈ ਆ ਉੱਥੇ, ਉਦੋਂ ਦੀ ਸਾਡੇ ਜਿਹੜੇ ਸੰਬੰਧ ਆ ਥੋੜ੍ਹੇ ਜਿਹੇ ਵਿਗੜੇ ਆ। ਪਰ ਜਿਹੜਾ ਭੂਟਾਨ ਆ ਇਹ ਇੱਕ ਇਹੋ ਜਿਹਾ ਦੇਸ਼ ਆ ਵੀ ਇਹ ਹਮੇਸ਼ਾ ਸਾਡੇ ਨਾਲ ਇਮਾਨਦਾਰ ਰਿਹਾ ਭਾਰਤ ਦੇ ਨਾਲ। ਦੇਖੋ ਇਹ ਆ ਕਿ ਦੇਵ ਸਿੱਧੂ ਸਾਹਿਬ ਤਕੜੇ ਦੇ ਨਾਲ ਦੋਸਤੀ ਜਿਹੜੀ ਆ ਹਰ ਕੋਈ ਬੰਦਾ ਪਾਉਣਾ ਚਾਹੁੰਦਾ, ਪਰ ਭੂਟਾਨ ਵਰਗਾ ਦੇਸ਼ ਜਿਹੜਾ ਆ ਉਹਦੇ ਵਿੱਚ ਇਹ ਆ ਕਿ ਉਹ ਬੰਦਿਆਂ ਨੇ ਹਮੇਸ਼ਾ ਆਪਣੇ ਨਾਲ ਵਫਾ ਨਿਭਾਈ। ਉੱਥੇ ਰਾਜਸ਼ਾਹੀ ਆ ਤੇ ਚਾਈਨਾ ਚਾਹੁੰਦਾ ਵੀ ਰਾਜਸ਼ਾਹੀ ਖਤਮ ਕਰਕੇ ਉੱਥੇ ਵੀ ਇਦਾਂ ਦਾ ਜਿੱਦਾਂ ਕਮਿਊਨਿਸਟ ਰਾਜ ਜਿਹੜਾ ਬਣਾਇਆ ਜਾਵੇ, ਜਿੱਦਾਂ ਉਹਨਾਂ ਨੇ ਜਿਹੜੀ ਰਾਜਸ਼ਾਹੀ ਆ ਨੇਪਾਲ ਦੇ ਵਿੱਚ ਖਤਮ ਕੀਤੀ। ਨੇਪਾਲ ਦੇ ਨਾਲ ਸਾਡੇ ਬਹੁਤ ਵਧੀਆ ਸੰਬੰਧ ਰਹੇ ਆ। ਨੇਪਾਲ ਦੇ ਨਾਲ ਬਹੁਤ ਵੱਡੀਆਂ ਯੋਜਨਾਵਾਂ ਸਾਡੀਆਂ ਜਿਹੜੀਆਂ ਕੰਮ ਕੀਤੀਆਂ ਹੁਣ ਤੱਕ ਅਜੇ ਵੀ ਕੰਮ ਕਰ ਰਹੀਆਂ ਤੇ ਸਹਾਇਤਾ ਜਿਹੜੀ ਕਾਫੀ ਇੱਕ ਦੂਜੇ ਦੇ ਨਾਲ ਕਰ ਰਹੇ ਆ। ਦੇਖੋ ਜੇ ਅਸੀਂ ਦੇਖੀਏ ਕਿ ਨੇਪਾਲ ਜਾਂ ਭੂਟਾਨ ਜਿਹੜੇ ਆ ਬਹੁਤ ਵੱਡੇ ਆਰਥਿਕ ਤੌਰ ਦੇ ਉੱਤੇ ਨਿਪੁੰਨ ਦੇਸ਼ ਹੈਗੇ ਆ, ਇਹ ਤਾਂ ਨਹੀਂ ਪਰ ਫਿਰ ਵੀ ਜਿਹੜਾ ਗੁਆਂਢੀ ਆ ਚਾਹੇ ਉਹ ਗਰੀਬ ਹੀ ਹੋਵੇ, ਉਹਦਾ ਤੁਹਾਨੂੰ ਜੇ ਉਹ ਚੰਗਾ ਤਾਂ ਉਹਦਾ ਫਾਇਦਾ ਬਹੁਤ ਹੁੰਦਾ। ਹੁਣ ਭੂਟਾਨ ਦੇ ਵਿੱਚ ਭਾਰਤ ਨੇ ਬਹੁਤ ਨਿਵੇਸ਼ ਕੀਤਾ, ਖਾਸ ਤੌਰ ਤੇ ਜਿਹੜੇ ਉੱਥੇ ਜਲ ਭੰਡਾਰ ਬਹੁਤ ਆ, ਉੱਥੇ ਜਿਹੜੇ ਡੈਮ ਆ ਬਣਾਏ ਗਏ ਆ। ਖਾਸ ਤੌਰ ਤੇ ਮੈਂ ਮਾਂਗ ਦੇਖਸ਼ੂ ਇਹ ਜਿਹੜਾ ਇੱਕ ਡੈਮ ਆ ਉੱਥੇ ਬਣਿਆ ਹੋਇਆ ਤੇ 2000 ਮੈਗਾਵਾਟ ਦੇ ਕਰੀਬ ਜਿਹੜੀ ਬਿਜਲੀ ਆ ਉਹ ਪੈਦਾ ਹੁੰਦੀ ਆ। ਹੁਣ ਚਾਈਨਾ ਦੀ ਵੀ ਨਜ਼ਰ ਇਸ ਮੁੱਦੇ ਦੇ ਉੱਤੇ ਹੈਗੀ ਆ ਕਿ ਭੂਟਾਨ ਤੇ ਭਾਰਤ ਦੇ ਵਿੱਚ ਇਨਵੈਸਟਮੈਂਟ ਕਾਫੀ ਹੋ ਰਹੀ ਆ। ਭਾਰਤ ਕਾਫੀ ਇਨਵੈਸਟਮੈਂਟ ਜਿਹੜੀ ਉੱਥੇ ਕਰਦਾ ਤੇ ਖਾਸ ਤੌਰ ਤੇ ਮੋਦੀ ਸਾਹਿਬ ਨੇ ਜਿਹੜੀ ਇਹ 2 ਦਿਨ ਦੀ ਯਾਤਰਾ ਜਿਹੜੀ ਰਹੀ ਭੂਟਾਨ ਦੇ ਵਿੱਚ, ਉੱਥੇ ਕਿਹਾ ਵੀ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਆ ਉਹਦੇ ਵਿੱਚ ਭੂਟਾਨ ਦੇ ਜਿਹੜੇ ਵਿਦਿਆਰਥੀ ਆ ਉਹ ਬਹੁਤ ਵਧੀਆ ਜਿਹੜੀ ਭੂਮਿਕਾ ਆ ਉਹ ਨਿਭਾ ਸਕਦੇ। ਪਰ ਚਾਈਨਾ ਜਿਹੜਾ ਆ ਉਹ ਨਹੀਂ ਚਾਹੁੰਦਾ। ਚਾਈਨਾ ਨੂੰ ਇਹ ਆ ਕਿ ਅਸੀਂ ਭਾਰਤ ਨੂੰ ਦਬਾ ਕੇ ਰੱਖੀਏ, ਜਿੰਨਾ ਕਿਸੇ ਤਰੀਕੇ ਦੇ ਨਾਲ ਘੇਰ ਸਕੀਏ। ਤੁਹਾਨੂੰ ਯਾਦ ਹੋਵੇਗਾ 1962 ਦੀ ਜੰਗ, ਕੋਈ 5000 ਦੇ ਕਰੀਬ ਭਾਰਤੀ ਫੌਜੀ ਸ਼ਹੀਦ ਹੋਏ ਉਸ ਵੇਲੇ। 90,000 ਵਰਗ ਮੀਲ ਦੇ ਕਰੀਬ ਜਿਹੜੀ ਸਾਡੀ ਭੂਮੀ ਆ ਉਹਦੇ ਉੱਤੇ ਕਬਜ਼ਾ ਜਿਹੜਾ ਕਰ ਲਿਆ, ਤਿੱਬਤ ਸਾਰਾ ਦੱਬ ਲਿਆ ਉਹਨਾਂ ਨੇ। ਇਹ ਗੱਲਾਂ ਦੇ ਉੱਤੇ ਅਸੀਂ ਗੱਲ ਨਹੀਂ ਕਰਦੇ। ਕਾਫੀ ਇੱਕ ਤਰ੍ਹਾਂ ਨਾਲ ਬਸਤੀਵਾਦੀ ਜਿਹੜੀ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਅਸੀਂ ਬਸਤੀਵਾਦੀ ਗੱਲ ਕਰਦੇ ਹਾਂ ਕਿ ਬਸਤੀਆਂ ਬਣਾਉਣ ਦਾ ਤਰੀਕਾ, ਜਿੱਦਾਂ ਬ੍ਰਿਟੇਨ ਆਇਆ ਆ ਕੇ ਉਹਨੇ ਭਾਰਤ ਦੇ ਉੱਤੇ ਕਬਜ਼ਾ ਕਰ ਲਿਆ, ਅਫਰੀਕਾ ਦੇ ਉੱਤੇ ਕਬਜ਼ਾ ਕਰ ਲਿਆ। ਕਦੀ ਕਿਹਾ ਜਾਂਦਾ ਸੀ ਵੀ ਬ੍ਰਿਟੇਨ ਦੇ ਵਿੱਚ ਸੂਰਜ ਨਹੀਂ ਛੁਪਦਾ, ਇਹੀ ਕਿਹਾ ਜਾਂਦਾ ਸੀ। ਤੇ ਅੱਜ ਜਿਹੜਾ ਅੱਜ ਦੁਨੀਆ ਦੇ ਵਿੱਚ ਦੇਖਿਆ ਜਾਵੇ ਚਾਈਨਾ ਇੱਦਾਂ ਦਾ ਮੁਲਕ ਹੈਗਾ ਜਿਹੜਾ ਬਸਤੀਵਾਦ ਦੇ ਵਿੱਚ ਬਲੀਵ ਰੱਖਦਾ। ਹੁਣ ਕਈ ਦੇਸ਼ ਕਹਿ ਦਿੰਦੇ ਆ ਵੀ ਇਹ ਕਮਿਊਨਿਸਟ ਕੰਟਰੀ ਆ, ਬਈ ਇਹ ਲੋਕਤੰਤਰਕ ਦੇਸ਼ ਜਿਹੜੇ ਆ ਉਹਨਾਂ ਨੂੰ ਵੀ ਕਮਿਊਨਿਸਟ ਬਣਾਉਣਾ ਚਾਹੁੰਦਾ। ਪਰ ਅਸੀਂ ਐਗਜ਼ਾਮਪਲ ਲੈ ਲਈਏ ਵੀਅਤਨਾਮ ਵਿੱਚ ਕੀ ਕਰ ਰਿਹਾ ਇਹ। ਵੀਅਤਨਾਮ ਦੇ ਵਿੱਚ ਉਹ ਵੀ ਤਾਂ ਕਮਿਊਨਿਸਟ ਦੇਸ਼ ਹੈਗਾ, ਉਹਨੂੰ ਦਬਾਇਆ ਹੋਇਆ ਆ ਤੇ ਉਹਦੇ ਉੱਤੇ ਉਹਦੀਆਂ ਜਿਹੜੀਆਂ ਸਮੁੰਦਰੀ ਸੀਮਾਵਾਂ ਆ ਉਹਨਾਂ ਦੀ ਕਿੰਨੀ ਉਲੰਘਣਾ ਜਿਹੜੀ ਆ ਉਹ ਕਰ ਰਿਹਾ।
ਪਰ ਜਿਹੜਾ ਭੂਟਾਨ ਦੇ ਵਿੱਚ ਖਾਸ ਤੌਰ ਤੇ ਮੈਂ ਡੋਕਲਾਮ ਦਾ ਜਿਹੜਾ ਜ਼ਿਕਰ ਆ ਉਹ ਜ਼ਰੂਰ ਕਰਨਾ ਚਾਹੁੰਦਾ ਵੀ ਡੋਕਲਾਮ ਦੇ ਵਿੱਚ ਕੀ ਹੋਇਆ ਕਿ ਡੋਕਲਾਮ ਦੇ ਵਿੱਚ ਜਿਹੜਾ ਜਦੋਂ ਇਹਨਾਂ ਨੇ ਚਾਈਨਾ ਨੇ ਜਾਂ ਕਬਜ਼ਾ ਜਿਹੜਾ ਆ ਕਰਨਾ ਸ਼ੁਰੂ ਕਰ ਦਿੱਤਾ ਤੇ ਭਾਰਤ ਨੇ ਵੀ ਉਹਦਾ ਜਿਹੜਾ ਰੋਕਿਆ ਉਹਦਾ ਜਵਾਬ ਜਿਹੜਾ ਆ ਉਹ ਦਿੱਤਾ ਬਿਲਕੁਲ। ਤੇ ਚਾਈਨਾ ਨੂੰ ਪਤਾ ਆ ਵੀ ਚਾਈਨਾ ਭਾਵੇਂ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਫੌਜ ਆ, ਅਮਰੀਕਾ ਨਾਲੋਂ ਵੀ ਜ਼ਿਆਦਾ ਫੌਜੀ ਇਹਨਾਂ ਦੇ ਕੋਲ ਆ, ਪਰ ਫੇਰ ਵੀ ਜਿਹੜਾ ਭਾਰਤ ਦੇ ਨਾਲ ਪੰਗਾ ਲੈਣਾ ਇਹ ਕੋਈ ਥੋੜੀ ਬਹੁਤੀ ਚੀਜ਼ ਨਹੀਂ ਹੈਗੀ ਕਿਉਂਕਿ ਭਾਰਤ ਦੇ ਕੋਲ ਵੀ ਕਾਫੀ ਜਿਹੜੇ ਸਾਧਨ ਹੈਗੇ ਤੇ ਚਾਈਨਾ ਵੀ ਚਾਹੁੰਦਾ ਆ ਵੀ ਸਾਡੀ ਜਿਹੜੀ ਈਜ਼ੀਲੀ ਕਿਸੇ ਵੀ ਤਰੀਕੇ ਨਾਲ ਜਿੱਤ ਹੋ ਜਾਵੇ ਕਿਉਂਕਿ ਉਹ ਉਲਝਣਾ ਨਹੀਂ ਚਾਹੁੰਦਾ ਤੇ ਇਸ ਗੱਲ ਨੂੰ ਭਾਰਤ ਨੇ ਵੀ ਮਹਿਸੂਸ ਕੀਤਾ ਤੇ ਭਾਰਤ ਨੇ ਜਿਹੜਾ ਡੋਕਲਾਮ ਜਿਹੜਾ ਹਮਲਾ ਸੀ ਤੁਸੀਂ ਦੇਖਿਆ ਹੁਣ ਅੱਜ ਤੋਂ 2 ਸਾਲ ਪਹਿਲਾਂ ਕਾਫੀ ਇਹ ਸੁਰਖੀਆਂ ਦੇ ਵਿੱਚ ਸੀਗਾ ਤੇ ਉਹਨਾਂ ਨੇ ਜਿਹੜਾ ਨਾਕਾਮਯਾਬ ਕੀਤਾ। ਹੁਣ ਇਹ ਜਿਹੜਾ ਦੌਰਾ ਸੀ ਇਹ ਇੱਕ ਸੰਬੰਧ ਵਧਾਉਣ ਵਾਲਾ ਸੀ ਭੂਟਾਨ ਦੇ ਵਿੱਚ ਤੇ ਨਰਿੰਦਰ ਮੋਦੀ ਨੇ ਭਾਰਤ ਦੇ ਇੱਕ ਪ੍ਰਤੀਨਿਧਤਾ ਕੀਤੀ ਆ ਤੇ ਆਸ ਕਰਦੇ ਆ ਵੀ ਇਹ ਜਿਹੜਾ ਦੌਰਾ ਆ ਇਹ ਇੱਕ ਸਫਲ ਵੀ ਰਿਹਾ ਤੇ ਇਹ ਜ਼ਰੂਰੀ ਵੀ ਆ। ਖਾਸ ਤੌਰ ਤੇ ਆਪਣੇ ਗੁਆਂਢੀ ਜਿਹੜੇ ਆ ਜੇ ਉਹਨਾਂ ਦੇ ਨਾਲ ਆਪਣੇ ਰਿਲੇਸ਼ਨ ਵਧੀਆ ਹੁੰਦੇ ਤੇ ਇਹ ਬਹੁਤ ਵਧੀਆ ਜਿਹੜੀ ਵਧੀਆ ਸੰਕੇਤ ਹੈਗੇ ਆ ਕਿਉਂਕਿ ਤੁਸੀਂ ਜੇ ਸ਼੍ਰੀਲੰਕਾ ਦੀ ਵੀ ਐਗਜ਼ਾਮਪਲ ਲੈ ਲਈਏ ਲੱਟੇ ਦੇ ਨਾਲ ਖਿਲਾਫ ਲੜਾਈ ਸੀ ਰਾਜੀਵ ਗਾਂਧੀ ਨੇ ਉੱਥੇ ਜਾ ਕੇ ਜਿਹੜੀ ਫੌਜ ਵੀ ਆਪਣੀ ਭੇਜੀ ਆ ਤੇ ਬੰਗਲਾਦੇਸ਼ ਦੀ ਆਪਾਂ ਜੇ ਗੱਲ ਕਰੀਏ ਇਹਨਾਂ ਦੇ ਨਾਲ ਕੋਸ਼ਿਸ਼ ਹਮੇਸ਼ਾ ਭਾਰਤ ਦੀ ਇਹ ਰਹੀ ਆ ਕਿ ਅਸੀਂ ਜਿਹੜੇ ਆਪਣੇ ਗੁਆਂਢੀਆਂ ਦੇ ਨਾਲ ਸੰਬੰਧ ਜਿਹੜੇ ਆ ਉਹ ਵਧੀਆ ਤਰੀਕੇ ਦੇ ਨਾਲ ਨਿਭਾ ਕੇ ਰਹੀਏ। ਪਰ ਚਾਈਨਾ ਦੀ ਹਮੇਸ਼ਾ ਹੀ ਇਹ ਸਾਜ਼ਿਸ਼ ਰਹੀ ਆ ਵੀ ਅਸੀਂ ਇਹਨਾਂ ਜਿਹੜੇ ਗੁਆਂਢੀ ਮੁਲਕਾਂ ਨੂੰ ਭਾਰਤ ਦੇ ਖਿਲਾਫ ਭੜਕਾਈਏ ਚਾਹੇ ਉਹ ਪਾਕਿਸਤਾਨ ਆ। ਜੇ ਹੁਣ ਪਾਕਿਸਤਾਨ ਚਾਈਨਾ ਪਿੱਛਾ ਇੱਕ ਹੱਥ ਕੱਢ ਲਵੇ ਹੁਣ ਤੁਸੀਂ ਆਹ ਜਿਹੜੀ ਗੱਲ ਆ ਲੈ ਲਈਏ 370 ਦੀ ਧਾਰਾ ਦੁਨੀਆ ਦੇ ਵਿੱਚ ਇੱਕ ਚਾਈਨਾ ਹੈਗਾ ਜਿਹੜਾ ਉਹਦੇ ਫੇਵਰ ਦੇ ਵਿੱਚ ਖੜਾ ਜਿਹੜਾ ਪਾਕਿਸਤਾਨ ਦੇ ਫੇਵਰ 'ਚ ਖੜਾ ਭਾਵੇਂ ਉਹ ਸ਼ਰੇਆਮ ਨਹੀਂ ਆਇਆ ਪਰ ਇੱਕ ਉਹੀ ਜਿਹੜਾ ਇੱਕ ਕੰਟਰੀ ਲੁਕਵੇਂ ਢੰਗ ਨਾਲ ਉਹਦਾ ਜਿਹੜਾ ਸਾਥ ਦੇ ਰਿਹਾ ਪਰ ਦੁਨੀਆ ਦੇ ਵਿੱਚ ਹੋਰ ਕੋਈ ਕੰਟਰੀ ਨਹੀਂ ਹੈ। ਇਸ ਕਰਕੇ ਚਾਈਨਾ ਚਾਹੁੰਦਾ ਆ ਵੀ ਭਾਰਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਘੇਰਿਆ ਜਾਵੇ ਕਿਉਂਕਿ ਏਸ਼ੀਆ ਦੇ ਵਿੱਚ ਇੱਕ ਹੀ ਕੰਟਰੀ ਆ ਜਿਹੜਾ ਚਾਈਨਾ ਦੇ ਨਾਲ ਕੰਪੀਟੀਟਿਵ ਹੈਗਾ ਜਿਹੜਾ ਕੰਪੀਟੀਸ਼ਨ ਉਹਦੇ ਨਾਲ ਕਰ ਸਕਦਾ ਉਹ ਭਾਰਤ ਆ। ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਕਹੀ ਜਾਈਏ ਚਾਹੇ ਆਪਾਂ ਸਰਕਾਰਾਂ ਦੀ ਚਲੋ ਗੱਲ ਕਰਨੀ ਬਣਦੀ ਆ ਕਿ ਸਰਕਾਰਾਂ ਦੀ ਕੌਣ ਸਰਕਾਰ ਆ ਗਏ ਪਰ ਫੇਰ ਵੀ ਜਿਹੜੇ ਭਾਰਤ ਦਾ ਜਿਹੜੀ ਉੱਨਤੀ ਦਰ ਆ ਭਾਰਤ ਦੀ ਜਿਹੜੀ ਸਮਰੱਥਾ ਆ ਉਹ ਜਿਹੜੀ ਇੱਕ ਦੁਨੀਆ ਨੂੰ ਚੈਲੰਜ ਕਰਨ ਵਾਲੀ ਆ ਤੇ ਇਸ ਕਰਕੇ ਜਿਹੜੀ ਭੂਟਾਨ ਦੇ ਨਾਲ ਜਿਹੜੀ ਦੋਸਤੀ ਆ ਇਹ ਚਾਈਨਾ ਨੂੰ ਕਦੀ ਹਜਮ ਹੋ ਹੀ ਨਹੀਂ ਸਕਦੀ ਜੀ। ਬਿਲਕੁਲ। ਸੋ ਦਲਜੀਤ ਜੀ ਭਾਰਤ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੀ ਜਿੱਥੇ ਬੀਤੇ ਦਿਨੀ ਬਹੁਤ ਹੀ ਬੁਰੀ ਤਰ੍ਹਾਂ ਜਿਹੜਾ ਕੁਦਰਤੀ ਕਹਿਰ ਆ ਉਹ ਵਾਪਰਿਆ ਕਿਉਂਕਿ ਪੰਜਾਬ 'ਚ ਬਹੁਤ ਸਾਰੇ ਥਾਵਾਂ ਤੇ ਹੜ੍ਹਾਂ ਨਾਲ ਜਿਹੜਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਹੋਇਆ ਜਿੱਥੇ ਹਜ਼ਾਰਾਂ ਹੀ ਏਕੜ ਜਿਹੜੀ ਫਸਲ ਆ ਉਹ ਤਬਾਹ ਹੋਈ ਹਜ਼ਾਰਾਂ ਲੋਕ ਘਰਾਂ ਤੋਂ ਬੇਘਰ ਹੋਏ ਤੇ ਬਹੁਤ ਸਾਰੀਆਂ ਜਾਨਾਂ ਗਈਆਂ। ਸੋ ਦਲਜੀਤ ਜੀ ਮੇਰਾ ਸਵਾਲ ਇਹ ਆ ਕਿ ਹਾਲਾਂਕਿ ਇਹ ਜਿਹੜੀ ਕੁਦਰਤੀ ਆਫਤਾਂ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਜਦੋਂ ਕਿ ਜਿਹੜੇ ਮੌਸਮ ਵਿਭਾਗ ਆ ਇਹਨਾਂ ਵੱਲੋਂ ਚੇਤਾਵਨੀ ਸਮੇਂ-ਸਮੇਂ ਤੇ ਦਿੱਤੀ ਜਾਂਦੀ ਆ ਇਸ ਵਾਰ ਵੀ ਜਿਹੜੇ ਲੇਟ ਮੌਨਸੂਨ ਦੀ ਚੇਤਾਵਨੀ ਦਿੱਤੀ ਗਈ ਪਰ ਮੇਰਾ ਸਵਾਲ ਇਹ ਹੈ ਕਿ ਸਰਕਾਰਾਂ ਵੱਲੋਂ ਫਿਰ ਵੀ ਡੈਮੇਜ ਕੰਟਰੋਲ ਮੇਜਰ ਜਾਂ ਕੋਈ ਮੁੱਢਲੇ ਜਿਹੜੇ ਪ੍ਰਬੰਧ ਆ ਇਹ ਕਿਉਂ ਨਹੀਂ ਕੀਤੇ ਜਾਂਦੇ ਤਾਂ ਜੋ ਇਹ ਨੁਕਸਾਨ ਘੱਟ ਤੋਂ ਘੱਟ ਹੋ ਸਕੇ। ਜੀ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਪੰਜਾਬ ਦੇ ਵਿੱਚ ਬੜੀ ਹੜ੍ਹਾਂ ਦੀ ਹਾਲਾਤ ਜਿਹੜੇ ਆ ਕਾਫੀ ਨਾਜ਼ੁਕ ਬਣੇ ਹੋਏ ਆ। ਬਿਲਕੁਲ। ਤੇ ਭਾਵੇਂ ਹੁਣ ਜਿਹੜਾ ਪੱਧਰ ਆ ਪਾਣੀ ਦਾ ਘਟਦਾ ਜਾ ਰਿਹਾ ਪਰ ਬਹੁਤ ਜ਼ਿਆਦਾ ਨੁਕਸਾਨ ਕਰ ਗਿਆ। ਜੀ ਬਿਲਕੁਲ। ਖਾਸ ਤੌਰ ਤੇ ਸਤਲੁਜ ਤੇ ਬਿਆਸ ਦਾ ਜਿਹੜਾ ਏਰੀਆ ਇਹਨੇ ਕਾਫੀ ਨੁਕਸਾਨ ਕੀਤਾ। ਸਤਲੁਜ ਨੇ ਤਾਂ ਬਹੁਤ ਨੁਕਸਾਨ ਕੀਤਾ ਹਨਾ ਤੇ ਜਦੋਂ ਦਾ ਰੋਪੜ ਤੋਂ ਜਿਹੜਾ ਛੱਡਿਆ ਗਿਆ ਪਾਣੀ ਉਹਦੇ ਨਾਲ ਕਾਫੀ ਨੁਕਸਾਨ ਹੋਇਆ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਕਿ ਪੰਜਾਬੀ ਹਮੇਸ਼ਾ ਹੀ ਜਿਹੜੇ ਮੰਗ ਰੱਖਦੇ ਆ ਵੀ ਹਰਿਆਣੇ ਨੂੰ ਪਾਣੀ ਨਹੀਂ ਜਾਣਾ ਚਾਹੀਦਾ ਇਹ ਪਾਣੀ ਨਹੀਂ ਜਾਣਾ ਚਾਹੀਦਾ ਰਾਜਸਥਾਨ ਨੂੰ ਪਾਣੀ ਨਹੀਂ ਜਾਣਾ ਚਾਹੀਦਾ ਤੇ ਸ਼ਾਇਦ ਮੈਂ ਦੁਨੀਆ 'ਚ ਪਹਿਲਾ ਬੰਦਾ ਹੋਵਾਂ ਮੇਰੀ ਇਸ ਗੱਲ ਦੀ ਵਿਰੋਧਤਾ ਵੀ ਹੋ ਸਕਦੀ ਹੈ। ਮੈਂ ਇਹ ਗੱਲ ਕਹੀ ਕਿ ਤੁਸੀਂ ਇਸ ਕਾਬਲ ਹੈਗੇ ਆ ਵੀ ਉਹ ਜਿਹੜਾ ਪਾਣੀ ਆ ਸਾਰਾ ਸਾਂਭ ਸਕਦਾ ਪੰਜਾਬ। ਬਿਲਕੁਲ। ਕਾਰਨ ਉਹਦਾ ਇਹ ਆ ਕਿ ਜਾਂ ਤਾਂ ਤੁਸੀਂ ਸਿੰਚਾਈ ਜਿਹੜੀ ਆ ਉਹ ਨਹਿਰਾਂ ਰਾਹੀਂ ਕਰੋ ਜੀ ਅਸੀਂ ਨਹਿਰਾਂ ਤੇ ਤਾਂ ਕਦੀ ਡਿਪੈਂਡੈਂਟ ਰਹੇ ਹੀ ਨਹੀਂ। ਬਿਲਕੁਲ। ਨਹਿਰ ਦੇ ਨਾਲ ਵੀ ਜੇ ਸਾਡੇ ਖੇਤ ਹੋਣਗੇ ਤਾਂ ਵੀ ਅਸੀਂ ਮੋਟਰ ਜ਼ਰੂਰ ਲਵਾਈ ਆ ਅਸੀਂ ਟਿਊਬਵੈਲ ਜ਼ਰੂਰ ਲਵਾਏ ਆ ਕਿਉਂਕਿ ਅਸੀਂ ਧਰਤੀ ਦੇ ਹੇਠਲਾ ਪਾਣੀ ਜਿਹੜਾ ਉਹਦੇ ਉੱਤੇ ਜ਼ਿਆਦਾ ਵਿਸ਼ਵਾਸ ਕੀਤਾ ਅਸੀਂ ਨਹਿਰਾਂ ਉੱਤੇ ਵਿਸ਼ਵਾਸ ਹੀ ਨਹੀਂ ਕੀਤਾ ਅੱਜ ਤੱਕ।
ਅਸੀਂ ਇਸ ਕਾਬਲ ਹੈ ਹੀ ਨਹੀਂ ਕਿ ਅਸੀਂ ਜਿਹੜਾ ਭਾਖੜੇ ਤੋਂ ਡੈਮ ਤੋਂ ਪਾਣੀ ਆ ਰਿਹਾ ਉਸ ਨੂੰ ਕੀ ਅਸੀਂ ਸਾਂਭ ਲਈਏ, ਇਸ ਦੇ ਅਸੀਂ ਕਾਬਲ ਰਹੇ ਹੀ ਨਹੀਂ। ਇਹ ਗੱਲ ਅੱਜ ਤੱਕ ਕੋਈ ਕਰ ਹੀ ਨਹੀਂ ਰਿਹਾ। ਇਸ ਕਰਕੇ ਇਹ ਜਿਹੜਾ ਪਾਣੀ ਦਾ ਡਿਸਟ੍ਰੀਬਿਊਸ਼ਨ ਹੈ ਇਹ ਜ਼ਰੂਰੀ ਆ। ਪਾਣੀ ਨੂੰ ਦੂਜੇ ਰਾਜਾਂ ਨੂੰ ਦੇਣਾ ਇਹ ਸਾਡੀ ਇੱਕ ਕਹਿ ਲਓ ਵੀ ਸਟੇਟ ਜਿਹੜੀ ਜਾਂ ਕਹਿ ਲਓ ਕਿ ਇਹ ਇੱਕ ਮਜਬੂਰੀ ਬਣੀ ਹੋਈ ਆ ਕਿ ਤੁਹਾਡੇ ਕੋਲ ਪਾਣੀ ਸਾਂਭ ਨਹੀਂ ਹੋਣਾ ਇੰਨਾ ਜਿੰਨਾ ਪਾਣੀ ਪਿੱਛੋਂ ਆ ਰਿਹਾ, ਖਾਸ ਤੌਰ ਤੇ ਬਰਸਾਤਾਂ ਦੇ ਵਿੱਚ। ਹੁਣ ਬਰਸਾਤਾਂ ਦੇ ਵਿੱਚ ਕੀ ਹੁੰਦਾ, ਮੌਨਸੂਨ ਦੀ ਜਿਹੜੀ ਚੇਤਾਵਨੀ ਹੁੰਦੀ ਆ, ਪਰ ਇਸ ਵਾਰੀ ਹਰ ਵਾਰੀ ਆਉਂਦਾ ਪਾਣੀ, ਵੈਸੇ ਮੀਂਹ ਵੈਸੇ ਘੱਟ ਵੀ ਜਾਂਦਾ, ਪਰ ਇਸ ਵਾਰੀ ਕੀ ਹੋਇਆ, ਬੱਦਲ ਫਟੇ। ਬੱਦਲ ਫਟਣ ਨਾਲ ਕੀ ਹੁੰਦਾ ਕਿ ਇੱਕਦਮ ਹੀ ਜਿਹੜਾ ਪਾਣੀ ਡੈਗਦਾ ਆ, ਪਾਣੀ 2-3 ਥਾਵਾਂ ਦੇ ਉੱਤੇ ਹਿਮਾਚਲ ਦੇ ਵਿੱਚ ਬੱਦਲ ਫਟੇ ਤੇ ਉਹਦੇ ਨਾਲ ਜਿਹੜਾ ਪਾਣੀ ਦਾ ਪੱਧਰ ਆ ਉਹ ਕਾਫੀ ਵੱਧ ਗਿਆ। ਉਹਨੇ ਆ ਕੇ ਜਿਹੜਾ ਨੁਕਸਾਨ ਆ ਕਾਫੀ ਕੀਤਾ। ਤੇ 1988 ਦਾ ਮੈਂ ਗਵਾਹ ਆ, ਕਿਉਂਕਿ ਮੈਂ ਫਲੋਰ ਤਹਿਸੀਲ ਆ ਮੇਰੀ, ਤੇ ਉਸ ਦੇ ਵਿੱਚ ਅਸੀਂ ਦੇਖਿਆ ਵੀ ਕਿੰਨਾ ਇਹ ਪਾਣੀ ਨੁਕਸਾਨ ਕਰਦਾ। ਅਸੀਂ ਜਾ ਕੇ ਉੱਚੇ ਇਲਾਕਿਆਂ ਦੇ ਵਿੱਚ ਗੱਲ ਕਰ ਸਕਦੇ ਹਾਂ, ਸਾਨੂੰ ਜਿੱਥੇ ਡਰ ਨਾ ਹੋਵੇ। ਅਸੀਂ ਬੈਠੇ ਆ ਜਾ ਕੇ ਵੀ ਉੱਚੇ ਥਾਂ ਦੇ ਉੱਤੇ, ਜਲੰਧਰ ਦੇ ਵਿੱਚ ਬੈਠੇ ਆ ਜਿੱਥੇ ਡਰ ਕੋਈ ਨਹੀਂ ਹੈਗਾ, ਉੱਥੇ ਜਾ ਕੇ ਅਸੀਂ ਕਹੀਏ ਵੀ ਇਹ ਪਾਣੀ ਅਸੀਂ ਇੱਧਰ ਹੀ ਰੱਖਣਾ। ਜਿਹੜਾ ਬੰਦਾ ਦਰਿਆ ਦੇ ਨਾਲ ਬਹਿੰਦਾ ਉਹਨੂੰ ਜਾ ਕੇ ਪੁੱਛੋ। ਇਸ ਵੇਲੇ ਜਾ ਕੇ ਜਿਹੜੇ ਬੰਦੇ ਆਪਣੇ ਟਰੰਕ ਪੇਟੀਆਂ ਆਪਣੇ ਪਸ਼ੂ ਲੈ ਕੇ ਤੁਰੇ ਹੋਏ ਆ, ਉਹਨਾਂ ਨੂੰ ਜਾ ਕੇ ਪੁੱਛੋ ਵੀ ਹਰਿਆਣੇ ਨੂੰ ਪਾਣੀ ਦੇਣਾ ਕਿ ਨਹੀਂ ਦੇਣਾ। ਬਿਲਕੁਲ, ਕਈ ਵੀਡੀਓਜ਼ ਵੀ ਵਾਇਰਲ ਹੋਈਆਂ ਇਸ ਦੌਰਾਨ, ਜਿਹਦੇ ਵਿੱਚ ਮਤਲਬ ਬਹੁਤ ਸਾਰੇ ਲੋਕ ਜਾਂ ਕਿਸਾਨ ਆ ਉਹ ਰੋ ਰਹੇ ਆ, ਉਹ ਕਹਿ ਰਹੇ ਕਿ ਅਸੀਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਆ, ਤਾਂ ਸਾਨੂੰ ਹੁਣ ਮਤਲਬ ਸਾਨੂੰ ਇੱਕੋ ਇੱਕ ਰਾਹ ਦਿਸ ਰਿਹਾ ਉਹ ਹੈ ਜੀ ਫਾਹਾ, ਵੀ ਅਸੀਂ ਫਾਹਾ ਲੈ ਕੇ ਆਪਣੀ ਜਿਹੜੀ ਆ ਜ਼ਿੰਦਗੀ ਉਹਨੂੰ ਖਤਮ ਕਰ ਲਈਏ। ਸੋ ਬਿਲਕੁਲ ਇਹ ਸਵਾਲ ਤਾਂ ਬਣਦਾ ਹੈ ਕਿ ਕੀ ਅਸੀਂ ਇਸ ਕਾਬਲ ਹੈਗੇ ਆ ਕਿ ਇੰਨਾ ਜੇ ਪਾਣੀ ਆਉਂਦਾ ਤਾਂ ਸਾਂਭ ਸਕੀਏ। ਬਿਲਕੁਲ, ਅਸੀਂ ਇਹ ਗੱਲ ਕਰੀਏ, ਅਸੀਂ ਇਹ ਤਾਂ ਕਰੀਏ ਨਾ ਵੀ ਅਸੀਂ ਸੰਭਾਲ ਸਕਦੇ ਹਾਂ। ਅਸਲ ਵਿੱਚ ਜਿਹੜੀ ਇਹ ਡਿਸਟ੍ਰੀਬਿਊਸ਼ਨ ਕੀਤੀ ਗਈ ਇਸ ਕਰਕੇ ਕੀਤੀ ਗਈ ਵੀ ਜਿਹੜਾ ਸਤਲੁਜ, ਬਿਆਸ ਤੇ ਰਾਵੀ ਆ, ਇਹ ਦਰਿਆਵਾਂ ਦਾ ਪਾਣੀ ਅਸੀਂ ਪਾਕਿਸਤਾਨ ਨੂੰ ਨਹੀਂ ਦੇਣਾ, ਕਿਉਂਕਿ ਇਹ ਸੰਧੀ ਦੇ ਵਿੱਚ ਆ ਕਿ ਇਹ ਤਿੰਨਾਂ ਦਰਿਆਵਾਂ ਦਾ ਪਾਣੀ ਜਿਹੜਾ ਭਾਰਤ ਵਰਤ ਸਕਦਾ। ਹੁਣ ਪਾਕਿਸਤਾਨ ਦੀ ਸਥਿਤੀ ਤਾਂ ਸਾਡੇ ਨਾਲੋਂ ਵੀ ਨਾਜ਼ੁਕ ਆ। ਜਦੋਂ ਸੋਕਾ ਪੈਂਦਾ ਆ ਅਸੀਂ ਸਾਰਾ ਪਾਣੀ ਆਪਣੇ ਕੋਲ ਵਰਤਦੇ ਆ, ਅਸੀਂ ਜਿਹੜਾ ਆ ਉਹਨੂੰ ਉਧਰ ਨੂੰ ਪਾਣੀ ਨਹੀਂ ਜਾਣ ਦਿੰਦੇ, ਸਾਰਾ ਆਪਣੀਆਂ ਨਹਿਰਾਂ, ਚਾਹੇ ਅਸੀਂ ਹਿਮਾਚਲ ਨੂੰ ਹਰਿਆਣੇ ਨੂੰ ਦੇਤਾ, ਚਾਹੇ ਅਸੀਂ ਰਾਜਸਥਾਨ ਨੂੰ ਦੇਤਾ, ਚਾਹੇ ਪੰਜਾਬ ਦੇ ਵਿੱਚ ਵਰਤ ਲਿਆ, ਅਸੀਂ ਉਹਨਾਂ ਨੂੰ ਤਾਂ ਇੱਕ ਨਹਿਰਾਂ ਰੂਪੀ ਪਾਣੀ ਜਿਹੜਾ ਦੇ ਰਹੇ ਆ ਦਰਿਆਵਾਂ ਦਾ। ਜਦੋਂ ਹੜ੍ਹ ਆਉਂਦਾ ਉਦੋਂ ਅਸੀਂ ਸਾਰਾ ਪਾਣੀ ਜਿਹੜਾ ਉਧਰ ਨੂੰ ਛੱਡ ਦਿੰਦੇ ਹਾਂ। ਇਸ ਵੇਲੇ ਆ ਜਿਹੜਾ ਪਾਣੀ ਜਿਹੜਾ ਫਲੋਰ ਦੇ ਕੋਲ, ਸ਼ਾਹਕੋਟ ਦੇ ਕੋਲ ਲੰਘ ਰਿਹਾ, ਇਹ ਪਾਣੀ ਹੁਣ ਪਾਕਿਸਤਾਨ 'ਚ ਜਾਣਾ। ਜਿਸ ਵੇਲੇ ਉਹਨਾਂ ਨੂੰ ਜ਼ਰੂਰਤ ਕੋਈ ਨਹੀਂ, ਮੀਂਹ ਪੈ ਰਿਹਾ ਆ, ਇਲਾਕਾ ਤਾਂ ਆਪਣਾ ਇੱਕੋ ਹੀ ਆ, ਮੀਂਹ ਪੈ ਰਿਹਾ ਆ, ਤੇ ਉਸ ਵੇਲੇ ਉੱਥੇ ਕਿੱਦਾਂ ਖਤਰਨਾਕ ਜਿਹੜੀ ਸਥਿਤੀ ਆ ਬਣ ਜਾਣੀ। 2011 ਦਾ ਕਹਿਰ ਜਿਹੜਾ ਆ ਪਾਕਿਸਤਾਨ ਦੇ ਉੱਤੇ, ਦੇਖੋ ਉਹ ਸਾਡੇ ਹਿੱਸੇ ਭਾਵੇਂ ਜਿੱਦਾਂ ਮਰਜ਼ੀ ਕਰ ਲਓ, ਉਹ ਵੀ ਇਨਸਾਨ ਨੇ। ਪਰ ਦੂਜੇ ਪਾਸੇ ਇਹ ਵੀ ਅਸੀਂ ਗੱਲ ਕਰ ਲਈਏ ਕਿ ਸਾਡੀਆਂ ਪ੍ਰਸ਼ਾਸਨਿਕ ਸੰਸਥਾਵਾਂ ਕਿੱਦਾਂ ਕੰਮ ਕਰਦੀਆਂ। 2017 ਦੇ ਵਿੱਚ ਕੈਗ ਦੀ ਆਪਾਂ ਰਿਪੋਰਟ ਜਿਹੜੀ ਸਮਝੀਏ, ਉਹ ਕਹਿੰਦੇ ਵੀ 517 ਯੋਜਨਾਵਾਂ ਸੈਪਟ ਕੀਤੀਆਂ ਗਈਆਂ ਸਰਕਾਰ ਦੇ ਵੱਲੋਂ 2010 ਤੋਂ ਲੈ ਕੇ 2017 ਤੱਕ। ਉਹਨਾਂ ਦੇ ਵਿੱਚੋਂ 57% ਦੇ ਉੱਤੇ ਕੰਮ ਹੋਇਆ, ਜਾਣੀ ਅੱਧਾ ਕੰਮ ਹੋਇਆ। ਬਾਕੀ ਜਿਹੜੀਆਂ ਯੋਜਨਾਵਾਂ ਦੇ ਵਿੱਚ, ਤੇ ਹੈਰਾਨੀ ਵਾਲੀ ਗੱਲ ਕੀ ਹੈ, ਹਿਮਾਚਲ ਤੋਂ ਸਾਰਾ ਪਾਣੀ ਆਇਆ ਆਪਣੇ ਕੋਲ। ਪਾਣੀ ਤਾਂ ਹਿਮਾਚਲ ਦਾ ਹੀ ਆ, ਭਾਖੜਾ ਡੈਮ ਵੀ ਹਿਮਾਚਲ ਦੇ ਵਿੱਚ ਆ, ਜੇ ਆਪਾਂ ਕਹੀਏ ਉਹ ਸਾਨੂੰ ਪਾਣੀ ਦੇ ਰਹੇ ਆ। ਹੁਣ ਹਿਮਾਚਲ ਦੇ ਵਿੱਚ, ਅਸਾਮ ਦੇ ਵਿੱਚ ਉਹਨਾਂ ਨੇ ਕੋਈ 50 ਕਰੋੜ ਦੇ ਕਰੀਬ 36.5 ਕਰੋੜ ਦੇ ਕਰੀਬ ਜਿਹੜਾ ਪੈਸਾ ਖਰਚਿਆ, ਇਹਨਾਂ ਨੂੰ ਯੋਜਨਾ ਵਾਲੇ ਪੈਸਾ ਦਿੱਤਾ। ਪਰ ਇਹਨਾਂ ਨੇ ਜਿਹੜਾ ਉਹੀ ਪੈਸਾ ਆ ਹੋਰ ਤਰੀਕਿਆਂ ਦੇ ਨਾਲ ਵਰਤਿਆ ਗਿਆ, ਜਾਣੀ ਆਇਆ ਜਿਸ ਕੰਮ ਲਈ ਸੀ ਉਹਦੇ ਲਈ ਲਾਇਆ ਨਹੀਂ ਗਿਆ। ਹੁਣ ਤੁਸੀਂ ਦੇਖੋ ਨਹਿਰਾਂ ਦੀ ਸਫਾਈ, ਇਹ ਸਾਰਿਆਂ ਨੂੰ ਪਤਾ ਕਿ ਨਹਿਰਾਂ ਦੀ ਸਫਾਈ ਹੋਣੀ ਬੜੀ ਜ਼ਰੂਰੀ ਹੈ। ਜਦੋਂ ਨਹਿਰਾਂ ਦੀ ਸਫਾਈ ਆ ਤਾਂ ਹੀ ਅੱਗੇ ਪਾਣੀ ਜਾਊਗਾ, ਜੇ ਸਫਾਈ ਨਹੀਂ ਹੋਈ ਪਾਣੀ ਨੇ ਬਾਹਰ ਆਉਣਾ, ਪਾਣੀ ਜਿਹੜਾ ਅੱਗੇ ਨਹੀਂ ਜਾ ਰਿਹਾ। ਘੱਗਰ ਦਰਿਆ ਜੇ ਮਹੀਨੇ ਪਹਿਲਾਂ ਦੀ ਗੱਲ ਆ, ਉਹ ਤੋਂ ਬਾਅਦ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਸੀ ਵੀ ਘੱਗਰ ਦੇ ਵਿੱਚ ਪਾੜ ਪਿਆ। ਤੀਜਾ ਗੱਲ ਇਹ ਆ ਕਿ ਸਾਡੀ ਜਿਹੜੀ ਗੈਰ ਕਾਨੂੰਨੀ ਮਾਈਨਿੰਗ, ਉਹਦੀ ਗੱਲ ਹੀ ਮੈਂ ਕਰਨ ਲੱਗਾ ਸੀ ਕਿ ਹਰ 5 ਸਾਲ ਬਾਅਦ ਸਰਕਾਰ ਤਾਂ ਬਦਲ ਜਾਂਦੀ ਆ, ਪਰ ਜਿਹੜੇ ਮੁੱਦੇ ਆ ਉਹ ਫਿਰ ਉੱਥੇ ਦੇ ਉੱਥੇ ਰਹਿੰਦੇ ਆ। ਜੋ ਪੁਰਾਣੀਆਂ ਸਰਕਾਰਾਂ ਸੀ ਉਦੋਂ ਤੋਂ ਵੀ ਆਪਾਂ ਇਲੀਗਲ ਮਾਈਨਿੰਗ ਬਾਰੇ ਬਹੁਤ ਸੁਣਦੇ ਆਏ ਆ, ਹੁਣ ਵਾਲੀ ਸਰਕਾਰ ਨੂੰ ਆਇਆਂ ਨੂੰ ਵੀ 2.5 ਸਾਲ ਤੋਂ ਉੱਪਰ ਦਾ ਟਾਈਮ ਹੋ ਚੁੱਕਾ ਆ, ਪਰ ਉਹ ਜਿਹੜਾ ਇਲੀਗਲ ਮਾਈਨਿੰਗ ਆ ਉਹ ਲਗਾਤਾਰ ਚੱਲ ਰਹੀ ਆ, ਜਿਸ ਕਰਕੇ ਆ ਜਿਹੜੇ ਦਰਿਆ ਆ ਜਾਂ ਥਾਂ ਤੋਂ ਜਿਹੜੇ ਬੰਨ ਜਿਹੜੇ ਟੁੱਟ ਚੁੱਕੇ ਆ ਇਹਨਾਂ ਹੜ੍ਹਾਂ ਦੌਰਾਨ। ਮੇਰੇ ਖਿਆਲ ਜਿਹੜੀ ਇਲੀਗਲ ਮਾਈਨਿੰਗ ਆ ਉਹ ਬਹੁਤ ਵੱਡਾ ਕਾਰਨ ਹੈ ਇਸ ਦੇ ਵਿੱਚ। ਇਹ ਹੈ ਹੀ ਕਾਰਨ ਹੈ ਜੀ, ਕੱਲੀ ਇਲੀਗਲ ਮਾਈਨਿੰਗ ਨਹੀਂ।
ਸਭ ਤੋਂ ਵੱਡੀ ਗੱਲ ਤੁਸੀਂ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ, ਮੈਂ ਤਾਂ ਉਹਨਾਂ ਪਿੰਡਾਂ ਦਾ ਵਸਨੀਕ ਆ, ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ, ਸਭ ਤੋਂ ਪਹਿਲਾਂ ਸੜਕ ਬਣਦੀ ਆ। ਤੁਹਾਡੀ ਸੜਕ ਜਿਹੜੀ ਬਣਾਈ ਤਾਂ ਇਸ ਤਰੀਕੇ ਨਾਲ ਜਾਂਦੀ ਵੀ ਪਿੰਡਾਂ ਦੀ ਆ, ਇੱਕ ਲੋਕਲ ਏਰੀਏ ਦੀ, ਕਿਉਂਕਿ ਪਿੰਡ ਸੜਕਾਂ ਦਾ ਵੀ ਇੱਕ ਪੱਧਰ ਹੁੰਦਾ। GT ਰੋਡ ਦਾ ਸੜਕ ਬਣਾਉਣ ਦਾ ਪੱਧਰ ਹੋ ਰਿਹਾ, ਜਿਹੜੀ ਸਟੇਟ ਲੈਵਲ ਦੀ ਸੜਕ ਆ ਉਹਦਾ ਹੋਰ ਪੱਧਰ ਆ, ਪੇਂਡੂ ਲੈਵਲ ਦੀ ਸੜਕ ਜਿਹੜੀ ਪਿੰਡਾਂ ਦੇ ਵਿੱਚ ਬਣਦੀ ਉਹਦਾ ਲੈਵਲ ਹੋ ਰਿਹਾ। ਹੁਣ ਪੇਂਡੂ ਲੈਵਲ ਦੀ ਜਿਹੜੀ ਸੜਕ ਬਣਦੀ ਆ, ਮੰਨ ਲਓ ਉਹਦੇ ਵਿੱਚ ਤੁਸੀਂ ਜਦੋਂ ਮਾਈਨਿੰਗ ਕਰਦੇ ਹੋ, ਉਹਦੇ ਵਿੱਚ ਟਰੱਕ ਜਿੱਥੇ ਗੁੰਜਾਇਸ਼ ਹੈ ਨਹੀਂ, ਉਹ ਸੜਕ ਜਿਹੜੀ ਬਣਾਈ ਗਈ ਆ ਸਿਰਫ ਲੋਕਲ ਵਾਹਨਾਂ ਦੇ ਲਈ। ਉਹਦੇ ਵਿੱਚ ਜਿਹੜੀ ਟਰੱਕ ਟਰਾਲੀਆਂ ਲੈ ਕੇ ਜਾਂਦੇ ਆ, ਉਹ ਸੜਕ ਸਾਲ ਦੇ ਵਿੱਚ ਜਿਹੜੀ ਸਤਿਆਨਾਸ਼ ਹੋ ਜਾਂਦਾ। ਜਦ ਕਿ ਜਿਹੜੀ ਸੜਕ ਬਣਦਾ ਜਿਹੜਾ ਇੱਕ ਜਿਹੜੀ ਮਿਆਦ ਰੱਖੀ ਗਈ ਉਹ 5 ਸਾਲ ਦੀ ਹੈ। ਹੁਣ ਉਹ ਸੜਕ ਤਾਂ ਪਹਿਲਾਂ ਹੀ ਟੁੱਟ ਜਾਂਦੀ ਆ। ਉੱਥੇ ਦੇ ਲੋਕਾਂ ਨੂੰ ਇਹ ਚਲੋ ਹੜ੍ਹ ਦਾ ਪਾਣੀ ਤਾਂ ਹੁਣ ਦੇਖੋ 1988 ਤੋਂ ਬਾਅਦ ਜ਼ਿਆਦਾ ਐਤਕੀ ਮਾਰ ਹੋਈ ਆ। 1988 ਤੋਂ ਬਾਅਦ ਕਿਸੇ ਨੇ ਇਹ ਗੱਲ ਕੀਤੀ ਵੀ ਉਹ ਲੋਕਾਂ ਦੀ ਸੜਕ ਜਿਹੜੀ ਆ, ਬਾਕੀ ਜਿਹੜੀ ਜ਼ਿਲ੍ਹਿਆਂ ਦੇ ਵਿੱਚ ਸੜਕ 5 ਸਾਲ ਚੱਲਦੀ ਆ, ਤੁਸੀਂ 6 ਮਹੀਨਿਆਂ ਦੇ ਵਿੱਚ ਬਰਬਾਦ ਕਰਕੇ ਰੱਖ ਦਿੰਦੇ ਆ। ਬਿਲਕੁਲ ਜੀ। ਫਿਰ ਉਹਨਾਂ ਲੋਕਾਂ ਦੀ ਤੁਸੀਂ ਲਾਈਫ ਕਿੰਨੀ ਡਿਸਟਰੋਏ ਕਰਦੇ ਆ। ਉਹ ਬੰਦੇ ਸੁੱਤੇ ਪਏ ਆ ਰਾਤ ਨੂੰ ਪਿੰਡਾਂ ਦੇ ਵਿੱਚ, ਇਹ ਰਾਤ ਨੂੰ ਦਿਨ ਰਾਤ ਟਰਾਲੀਆਂ ਟਰੈਕਟਰ ਜਿਹੜੀ ਲਗਾਤਾਰ ਚੱਲ ਰਹੇ ਆ। ਇਹ ਲੋਕਾਂ ਦਾ ਮੈਂ ਵਿਰੋਧ ਦੇਖਿਆ, ਪਰ ਉਹਨਾਂ ਦੀ ਸੁਣਵਾਈ ਕੋਈ ਨਹੀਂ, ਇਸ ਮੁੱਦੇ ਦੇ ਉੱਤੇ ਗੱਲੇ ਕੋਈ ਨਹੀਂ ਕਰ ਰਿਹਾ। ਉਹਨਾਂ ਦੀ ਜਿਹੜੀ ਜਾ ਕੇ ਵਰਤਾਂਤਾ ਪੁੱਛੋ, ਉਹੀ ਲੋਕ ਜਿਹੜੇ ਭੁਗਤ ਰਹੇ ਆ। ਉਹੀ ਲੋਕ ਜਿਹੜੇ ਅੱਜ ਆਪਣੀਆਂ ਮੱਝਾਂ ਗਾਵਾਂ ਜਿਹੜੀਆਂ ਖੋਲ ਕੇ ਜਿਹੜੀਆਂ ਆ ਤੁਰੇ ਜਾ ਰਹੇ ਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਹੁਣ ਜਿਹੜਾ ਪਿੱਛੇ ਬਚਿਆ ਕੀ ਆ। ਹੁਣ ਕੈਪਟਨ ਸਾਹਿਬ ਨੇ ਉੱਪਰ ਦੀ ਗੇੜਾ ਮਾਰਿਆ ਹੈਲੀਕਾਪਟਰ ਦੇ ਨਾਲ, 1700 ਕਰੋੜ ਰੁਪਈਆ ਦੱਸਿਆ ਵੀ 1700 ਕਰੋੜ ਦਾ ਜਿਹੜਾ ਨੁਕਸਾਨ ਆ ਹੋਇਆ ਤੇ 100 ਕਰੋੜ ਰੁਪਈਆ ਅਜੇ ਤੱਕ ਦਿੱਤਾ। ਐਲਾਨ 100 ਕਰੋੜ ਦਾ ਤੇ 1700 ਕਰੋੜ ਤੋਂ ਵੱਧ ਆ ਕਈ ਨੁਕਸਾਨ, ਬਹੁਤ ਜ਼ਿਆਦਾ ਨੁਕਸਾਨ ਆ। ਇਹ ਤਾਂ ਸਰਕਾਰੀ ਅੰਕੜਾ ਹੈ ਜੀ। ਹਾਂਜੀ, ਇਹ ਤੋਂ ਬਾਅਦ ਬਰਬਾਦੀ ਕਿੱਥੇ ਹੋਣੀ ਆ? ਇਹ ਤੋਂ ਬਾਅਦ ਇਹਨਾਂ ਨੇ ਗਦਾਵਰੀ ਦਾ ਹੁਕਮ ਦੇਣਾ ਕਿ ਅਸੀਂ ਗਦਾਵਰੀ ਕਰਾ ਦੇਣੀ ਆ। ਗਦਾਵਰੀ ਦੇ ਵਿੱਚ ਇੱਕ ਬਹੁਤ ਤਕੜਾ ਏਜੰਡਾ, ਜਿਹੜਾ ਇੱਕ ਬੜਾ ਇੱਕ ਮਾਫੀਆ ਜੁੜਿਆ ਹੋਇਆ, ਉਹਦੇ ਵਿੱਚ ਪਟਵਾਰੀ, ਸਾਰੇ ਨਹੀਂ ਪਰ ਜ਼ਿਆਦਾਤਰ ਪਟਵਾਰੀ, ਕਾਨੂੰਗੋ, BDO, SDM, ਤਹਿਸੀਲਦਾਰ, ਇਹ ਇੱਕ ਮਾਫੀਆ ਜੁੜਿਆ ਹੋਇਆ। ਇਹਦੇ ਵਿੱਚ ਦੇਖਿਆ ਜਾਂਦਾ ਵੀ ਕਿਹੜਾ ਬੰਦਾ ਹੁਣ ਇਸ ਵੇਲੇ ਕਾਂਗਰਸੀ ਆ, ਕਿਹੜਾ ਬੰਦਾ ਅਕਾਲੀ ਆ, ਕਿਹਦਾ ਸਰਪੰਚ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ, ਕਿਹਦਾ ਨੰਬਰਦਾਰ ਕਿਸ ਪਾਰਟੀ ਨਾਲ ਸੰਬੰਧ ਰੱਖਦਾ। ਉਹਦੇ ਆਧਾਰ ਦੇ ਉੱਤੇ ਫੈਸਲਾ ਲਿਆ ਜਾਂਦਾ। ਜਿਹੜੀਆਂ ਜੇਬਾਂ ਆ ਤੱਤੀਆਂ ਕੀਤੀਆਂ ਜਾਂਦੀਆਂ। ਇਹ ਕੈਗ ਦੀ ਰਿਪੋਰਟ ਦੱਸ ਰਹੀ ਆ। ਕੈਗ ਦੀ ਰਿਪੋਰਟ, ਇਹ ਕੱਲੀ ਮੈਂ ਇਕੱਲੇ ਪੰਜਾਬ ਦੀ ਨਹੀਂ ਗੱਲ ਕਰ ਰਿਹਾ। ਇਹਦੇ ਵਿੱਚ ਦੱਖਣੀ ਕੇਰਲਾ ਦੇ ਵਿੱਚ ਨੁਕਸਾਨ ਕਿੰਨਾ ਹੋਇਆ, ਕਰਨਾਟਕ ਦੇ ਵਿੱਚ ਕਿੰਨਾ ਨੁਕਸਾਨ ਹੋਇਆ, ਬਿਹਾਰ ਦੇ ਵਿੱਚ ਕਿੰਨਾ ਨੁਕਸਾਨ ਹੋਇਆ, ਇਹ ਸਾਰੀਆਂ ਗੱਲਾਂ ਤੁਸੀਂ ਜਾ ਕੇ ਦੇਖੋ। ਕਿਉਂਕਿ ਇੰਡੀਅਨ ਸਿਸਟਮ ਆਪਾਂ ਚਾਹੇ ਜਿਹੜੀ ਮਰਜ਼ੀ ਸਟੇਟ ਦੀ ਗੱਲ ਕਰ ਲਈਏ, ਪਰ ਇੰਡੀਅਨ ਜਿਹੜਾ ਸਿਸਟਮ ਆ ਉਹ ਮੇਰੇ ਖਿਆਲ ਹਰ ਸਟੇਟ 'ਚ ਇੱਕੋ ਜਿਹਾ ਕੰਮ ਕਰਦਾ ਆ। ਸੋ ਜਿਹੜੀਆਂ ਕਮੀਆਂ ਆ ਉਹ ਹਰ ਥਾਂ ਤੇ ਇੱਕੋ ਜਿਹੀਆਂ ਹੀ ਆ, ਇੱਕੋ ਤਰੀਕੇ ਨਾਲ ਇਹ ਕੰਮ ਕਰਦੇ ਆ ਜੀ। ਤੇ ਇੰਡੀਅਨ ਜਿਹੜੀ ਗਵਰਨਮੈਂਟ, ਸੈਂਟਰਲ ਗਵਰਨਮੈਂਟ ਆ ਜੀ, ਹਰ ਸਾਲ 2010 ਤੋਂ ਲੈ ਕੇ 5 ਲੱਖ ਬਿਲੀਅਨ ਡਾਲਰ ਜਿਹੜਾ ਆ, 5 ਲੱਖ ਬਿਲੀਅਨ ਡਾਲਰ, ਮੈਂ ਪੰਜਾਬੀ ਰੁਪਈਏ ਦੀ ਗੱਲ ਨਹੀਂ ਕਰ ਰਿਹਾ, ਮੈਂ ਡਾਲਰ ਦੀ ਗੱਲ ਕਰ ਰਿਹਾ। 5 ਲੱਖ ਬਿਲੀਅਨ ਡਾਲਰ ਜਿਹੜਾ ਹਰ ਸਾਲ ਰੱਖ ਰਹੀ ਆ ਇਸ ਕੰਮ ਦੇ ਲਈ, ਰਾਹਤ ਆਫਤਾ ਦੇ ਲਈ। ਪਰ ਕੰਮ ਕਿੰਨਾ ਹੋ ਰਿਹਾ? ਕੰਮ ਤੁਸੀਂ ਆਪ ਦੇਖ ਲਓ। ਕਰਨਾਟਕਾ ਦੇ ਵਿੱਚ ਇਸ ਵੇਲੇ 7 ਲੱਖ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਜੇ ਥਾਂ ਤੇ ਟ੍ਰਾਂਸਫਰ ਕੀਤਾ ਗਿਆ। ਇਹ ਦੱਖਣੀ ਕੇਰਲਾ ਦੇ ਵਿੱਚ 1.5 ਲੱਖ ਲੋਕਾਂ ਨੂੰ ਦੂਜੇ ਥਾਂ ਤੇ ਪਹੁੰਚਾਇਆ ਗਿਆ। ਤੇ ਹੁਣ ਆ ਪੰਜਾਬ ਦੀ ਸਥਿਤੀ ਜਿਹੜੀ ਆਈ ਵੀ ਤੁਸੀਂ ਜਾਣਦੇ ਆ, ਹਜ਼ਾਰਾਂ ਲੋਕਾਂ ਨੂੰ ਜਿਹੜਾ ਆਪਣਾ ਘਰ-ਬਾਰ ਆ ਉਹ ਛੱਡਣਾ ਪਿਆ ਜੀ। ਤੇ ਇਹਦੇ ਵਿੱਚ ਮੈਨੇਜਮੈਂਟ ਵੀ ਕੰਮ ਕਰਦੀ ਆ ਕਿ ਤੁਸੀਂ ਕਦੋਂ ਪਾਣੀ ਛੱਡਣਾ, ਕਦੋਂ ਨਹੀਂ ਕਰਨਾ। ਤੁਸੀਂ ਬ੍ਰਿਸਬੇਨ ਦੇ ਵਿੱਚ ਹੜ੍ਹ ਆਏ ਸੀ, ਉਸ ਵੇਲੇ ਵੀ ਇਹ ਅੱਗੇ ਆਇਆ ਸੀ ਕਿ ਮਿਸਮੈਨੇਜਮੈਂਟ। ਕਈ ਵਾਰੀ ਪਾਣੀ ਤੁਸੀਂ ਛੱਡਦੇ ਹੀ ਨਹੀਂ। ਫਿਰ ਇੱਕ ਇਹ ਆ ਕਿ ਸਾਡਾ ਜਿਹੜਾ ਮੌਸਮ ਦਾ ਵਿਭਾਗ ਹੈ, ਅਜੇ ਤੱਕ ਭਾਵੇਂ ਨਹੀਂ ਅਸੀਂ ਸੈਟੇਲਾਈਟ ਵੀ ਉੱਪਰ ਛੱਡ ਲਏ ਆ, ਇਹਨਾਂ ਦੀ ਕਦੀ ਭਵਿੱਖਬਾਣੀ ਬਹੁਤ ਘੱਟ ਇਹਨਾਂ ਸਹੀ ਹੁੰਦੀ ਆ। ਕਈ ਵਾਰੀ ਇਹਨਾਂ ਨੇ ਚੇਤਾਵਨੀ ਕੀਤੀ ਹੁੰਦੀ ਆ ਵੀ ਇਸ ਵੇਲੇ ਜਿਹੜਾ ਪੰਜਾਬ ਦੇ ਉੱਤੇ ਬੜਾ ਕਹਿਰ ਪੈਣਾ, ਮੀਂਹ ਪੈਣਾ, ਜੇ ਵੋ ਆ।
ਅਸੀਂ ਵੀ ਇਧਰੋਂ ਫੋਨ ਖੜਕਾ ਦਈਦੀ ਆ ਵੀ ਤੁਸੀਂ ਜੇ ਧੰਨ ਰਿਓ। ਬਿਲਕੁਲ ਠੀਕ ਆ, ਆਪਣਾ ਜਿਹੜਾ ਸਾਰਾ ਸਮਾਨ ਆ ਉਹ ਵਧੀਆ ਸਾਂਭ ਕੇ ਰੱਖਿਓ। ਬਾਅਦ ਚ ਫਿਰ ਉਦੋਂ ਫੋਨ ਕਰੀਦਾ ਵੀ ਕਿੱਦਾਂ, ਉਹ ਕਹਿੰਦੇ ਜੀ ਪਰੇ ਦੀ ਲੰਘ ਗਿਆ ਬੱਦਲ, ਇਦਾਂ ਹੀ ਹੁੰਦੀ ਆ, ਬੱਦਲ ਪਰੇ ਦੀ ਲੰਘ ਗਿਆ। ਦੈਟ ਮੀਨਸ ਕਿ ਅਸੀਂ ਜਿਹੜੀ ਰਿਲਾਇਬਲ ਅਜੇ ਵੀ ਸਾਡੀ ਅਫਸਰਸ਼ਾਹੀ, ਸਾਡਾ ਜਿਹੜਾ ਪ੍ਰਸ਼ਾਸਨ ਆ ਉਹ ਅਜੇ ਵੀ ਰਾਜਨੀਤਿਕ ਆ ਜੀ। ਬਿਲਕੁਲ ਅਸਲ ਵਿੱਚ ਤਾਂ ਦੇਖੋ ਸੰਬੰਧ ਇੱਕ ਰੱਖਿਆ ਗਿਆ ਵੀ 3 ਢਾਂਚਿਆਂ ਦੇ ਉੱਤੇ ਖੜਾ। ਚੌਥਾ ਢਾਂਚਾ ਅਸੀਂ ਜਿਹੜਾ ਨਿਆਂਪਾਲਿਕਾ ਨੂੰ ਆਪਣੇ ਮੀਡੀਆ ਨੂੰ ਰੱਖ ਲੈਂਦੇ ਹਾਂ। ਥੰਮ ਕੀ ਆ, ਪਹਿਲਾ ਹੈਗਾ ਰਾਜਨੀਤਿਕ ਵਿਧਾਨ ਪਾਲਿਕਾ ਜੀ, ਦੂਜਾ ਹੈਗਾ ਆ ਕਾਰਜਪਾਲਿਕਾ ਜਿਹਨੂੰ ਅਸੀਂ ਬਿਊਰੋਕ੍ਰੇਸੀ ਕਹਿੰਦੇ ਹਾਂ, ਤੀਜਾ ਹੈਗਾ ਨਿਆਂਪਾਲਿਕਾ ਜਿਨ੍ਹਾਂ ਦੇ ਉੱਤੇ ਜਿਹੜਾ ਸਾਰਾ ਭਾਰਤ ਖੜਾ ਆ। ਪਰ ਇਹਨਾਂ ਦੇ ਵਿੱਚੋਂ ਤੁਸੀਂ ਦੇਖੋ ਵੀ ਜਿਹੜੀ ਉੱਪਰਲੀ ਸਿਸਟਮ ਹੈ ਰਾਜਨੀਤਿਕ ਵਿਧਾਨ ਪਾਲਿਕਾ, ਉਹ ਨਿਆਂਪਾਲਿਕਾ ਨੂੰ ਵੀ ਪ੍ਰਭਾਵਿਤ ਕਰ ਰਹੀ ਆ, ਬਿਊਰੋਕ੍ਰੇਸੀ ਨੂੰ ਵੀ ਪ੍ਰਭਾਵਿਤ ਕਰ ਰਹੀ ਆ। ਇੱਕ ਜਿਹੜਾ ਇੱਕ ਕੋਈ ਖੜੀ ਆ ਕੋਈ ਬਿਲਡਿੰਗ, ਉਹਦੀ ਨੀਂਹ ਦੇ ਵਿੱਚ ਇੱਕ ਪਾਸੇ ਅਸੀਂ ਨੀਂਹ ਭਰ ਦਈਏ, 3 ਪਾਸੇ ਦੇ ਵਿੱਚ ਖੋਖਲਾ ਜਿਹੜਾ ਕਰ ਦਈਏ, ਉਹ ਬਿਲਡਿੰਗ ਕਦੀ ਬਹੁਤੀ ਉਸਾਰੂ ਨਹੀਂ ਹੋਣੀ। ਇਸ ਕਰਕੇ ਇਸ ਗੱਲ ਦੇ ਉੱਤੇ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਜਿਹੜਾ ਜ਼ਰੂਰ ਦੇਣਾ ਚਾਹੀਦਾ। ਲੋਕਾਂ ਨੂੰ ਵੀ ਇਸ ਗੱਲ ਦਾ ਜਿਹੜਾ ਆਪਣੇ MLA MP ਜਿਹੜੇ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਇਕੱਲੇ ਹੜ੍ਹਾਂ ਦੇ ਵਿੱਚ ਇਹ ਨਹੀਂ ਗੱਲ ਕਰਨੀ, ਤੁਸੀਂ ਸੁਚੇਤ ਹੋਵੋ ਬਾਅਦ ਦੇ ਵਿੱਚ ਕੀ ਹੁੰਦਾ, ਮਾਈਨਿੰਗ ਕਿੱਥੇ ਹੁੰਦੀ ਆ, ਲੋਕਾਂ ਦੇ ਵਿੱਚ ਵਿਦਰੋਹ ਜਿਹੜਾ ਜ਼ਰੂਰੀ ਹੋਣਾ ਚਾਹੀਦਾ। ਬਿਲਕੁਲ ਅਵੇਅਰਨੈਸ ਬਹੁਤ ਜ਼ਰੂਰੀ। ਸੋ ਦਲਜੀਤ ਜੀ ਅਗਲੀ ਗੱਲ ਕਰਦੇ ਹਾਂ ਜੀ ਆਪਾਂ ਕਾਂਗਰਸ ਦੀ। ਸੋ ਜਿਹੜੇ ਬੀਤੇ ਲੋਕ ਸਭਾ ਚੁਣਾਵ ਸੀ ਉਹਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਜਿਹੜਾ ਬਹੁਤ ਮਾੜਾ ਗਿਆ, ਜਿਸ ਤੋਂ ਬਾਅਦ ਜਿਹੜੇ ਰਾਹੁਲ ਗਾਂਧੀ ਆ ਉਹਨਾਂ ਵੱਲੋਂ ਜਿਹੜੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ। ਹਾਲਾਂਕਿ ਉਹਨਾਂ ਦਾ ਜਿਹੜਾ ਅਸਤੀਫਾ ਉਹ ਕਾਫੀ ਦਿਨ ਲਟਕਦਾ ਰਿਹਾ, ਪਾਰਟੀ ਨੇ ਮਨਜ਼ੂਰ ਨਹੀਂ ਕੀਤਾ, ਪਰ ਉਹ ਆਪਣੀ ਗੱਲ ਤੇ ਅੜੇ ਰਹੇ। ਬਾਅਦ ਵਿੱਚ ਜਿਹੜੇ ਪ੍ਰਿਯੰਕਾ ਗਾਂਧੀ ਆ ਉਹਨਾਂ ਦਾ ਵੀ ਇੱਕ ਨਾਮ ਹੈ ਉਹ ਪ੍ਰਧਾਨਗੀ ਵਜੋਂ ਅੱਗੇ ਲਿਆਂਦਾ ਗਿਆ, ਪਰ ਉਹ ਵੀ ਗੱਲ ਕਿਸੇ ਬੰਨੇ ਨਹੀਂ ਲੱਗੀ। ਸੋ ਹੁਣ ਅਖੀਰ ਦੇ ਵਿੱਚ ਜਿਹੜੀ ਆ ਕਾਂਗਰਸ ਦੀ ਬੇੜੀ ਜਿਹੜੀ ਆ ਡੁੱਬਦੀ ਦੇਖ ਇੱਕ ਵਾਰ ਫਿਰ ਸੋਨੀਆ ਗਾਂਧੀ ਨੂੰ ਕਮਾਨ ਸੰਭਾਲੀ ਗਈ ਹੈ ਪਾਰਟੀ ਦੀ, ਕੀ ਕਹਿਣਾ ਚਾਹੋਗੇ? ਦੇਖੋ ਸੋਨੀਆ ਗਾਂਧੀ ਕਾਫੀ ਦੇਰ ਤੱਕ ਪ੍ਰਧਾਨ ਰਹੀ ਆ। 1998 ਦੇ ਵਿੱਚ ਸ਼ਾਇਦ ਇਹ ਬਣੇ ਸੀਗੇ ਪ੍ਰਧਾਨ ਜੀ, ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਵੀ 10 ਸਾਲ ਰਾਜ ਵੀ ਕੀਤਾ ਮਨਮੋਹਨ ਸਿੰਘ ਦੇ ਉਹਨਾਂ ਦੇ ਕਮਾਂਡ ਦੇ ਵਿੱਚ। ਬਿਲਕੁਲ ਪਹਿਲਾਂ ਆਪਾਂ ਰਾਜੀਵ ਗਾਂਧੀ ਵੇਲੇ ਚੱਲੀਏ, ਪਿੱਛਾ ਨੂੰ ਥੋੜੇ ਚੱਲੀਏ 1987-88 ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਬਣੀ ਆ, ਕਿ ਉਹ ਤਾਂ ਚਾਹੁੰਦੇ ਹੀ ਨਹੀਂ ਸੀ ਆਉਣਾ ਇਹਦੇ ਵਿੱਚ, ਕਿਉਂਕਿ ਉਹ ਸੰਜੇ ਗਾਂਧੀ ਅਸਲ ਵਿੱਚ ਇੰਟਰਸਟਡ ਸੀਗੇ ਰਾਜਨੀਤੀ ਦੇ ਵਿੱਚ। ਇਹ ਕਿਹਾ ਜਾਂਦਾ ਸੀ ਵੀ ਉਹਨਾਂ ਦੀ ਸਿੱਧੀ ਜਿਹੜੀ ਦਖਲਅੰਦਾਜ਼ੀ ਆ ਵਿਦਆਊਟ ਕੋਈ ਸੰਵਿਧਾਨਕ ਅਹੁਦੇ, ਉਹਨਾਂ ਦੀ ਦਖਲਅੰਦਾਜ਼ੀ ਬੜੀ ਸੀ। ਬਿਲਕੁਲ ਪਰ ਉਹਨਾਂ ਦੀ ਇੱਕ ਹਵਾਈ ਦੁਰਘਟਨਾ ਦੇ ਵਿੱਚ ਮੌਤ ਹੋ ਗਈ। ਉਸ ਤੋਂ ਬਾਅਦ ਇੰਦਰਾ ਗਾਂਧੀ ਉਹਨਾਂ ਦਾ ਕਤਲ ਹੋਇਆ, ਫਿਰ ਕਤਲ-ਏ-ਆਮ ਹੋਇਆ ਉਹ 1984 ਦੇ ਵਿੱਚ। ਰਾਜੀਵ ਗਾਂਧੀ ਨੂੰ ਨਾ ਚਾਹੁੰਦੇ ਹੋਏ ਜਿਹੜੀ ਕਮਾਂਡ ਆ ਉਹ ਦਿੱਤੀ ਗਈ, ਪਰ ਕੁਝ ਅਹਿਮ ਫੈਸਲੇ ਵੀ ਲੈ ਗਏ। ਜਿੱਦਾਂ ਪਹਿਲਾਂ 21 ਸਾਲ ਦੀ ਉਮਰ ਦਾ ਬੰਦਾ ਵੋਟ ਪਾ ਸਕਦਾ ਸੀ, ਉਹਨਾਂ ਦੇ ਕਾਰਜਕਾਲ ਦੇ ਵਿੱਚ ਹੋਇਆ ਵੀ 18 ਸਾਲ ਦਾ ਬੰਦਾ ਜਿਹੜਾ ਵੋਟ ਪਾ ਸਕਦਾ। ਪੰਚਾਇਤੀ ਰਾਜ ਨੂੰ ਕਾਮਯਾਬ ਕਰਨ ਦੇ ਵਿੱਚ ਰਾਜੀਵ ਗਾਂਧੀ ਨੇ ਬਹੁਤ ਕੰਮ ਕੀਤਾ। ਆ ਜਿਹੜਾ ਅੱਜ ਅਸੀਂ ਦੇਖਦੇ ਹਾਂ ਟੈਲੀਕਮਿਊਨੀਕੇਸ਼ਨ ਜਿਹੜਾ ਭਾਰਤ ਦਾ ਨਾਂ ਹੈ ਇੱਕ, ਇਹ ਰਾਜੀਵ ਗਾਂਧੀ ਗਵਰਨਮੈਂਟ ਤੋਂ ਸ਼ੁਰੂ ਹੋਇਆ। ਉਹਨਾਂ ਨੇ ਕਾਫੀ ਇਹਦੇ ਵਿੱਚ ਇਨਵੈਸਟਮੈਂਟ ਕੀਤੀ। ਇਹ ਮੈਂ ਥੋੜਾ ਜਿਹਾ ਜ਼ਿਕਰ ਤਾਂ ਕਰਨਾ ਚਾਹੁੰਦਾ ਕਿ ਉਹ ਉਸ ਵੇਲੇ ਵੀ ਜਿਹੜਾ ਉਹ ਕੰਮ ਕੀਤਾ ਉਸ ਬੰਦੇ ਨੇ, ਜਾਣੀ ਥੋੜਾ ਜਿਹਾ ਉਸਾਰੂ ਹੋਇਆ, ਭਾਵੇਂ ਉਹਨੇ ਖਾਧੀਆਂ ਜਿਹੜੀਆਂ ਸੀ ਉਹ ਇੰਦਰਾ ਗਾਂਧੀ ਦੀਆਂ, ਪਰ ਉਸ ਤੋਂ ਬਾਅਦ ਕੁਛ ਜਿਹੜੇ ਧੱਬੇ ਵੀ ਲੱਗੇ ਬੋਫਰਸ ਕਾਂਡ ਦਾ, ਤੇ ਕੁਛ ਉਹ ਮੁਸਲਮਾਨ ਜਿਹੜੇ ਐਕਟ ਆ ਉਹਨਾਂ ਦਾ ਵੀ ਥੋੜਾ ਜਿਹਾ ਉਹਨਾਂ ਉੱਤੇ ਨੁਕਸਾਨ ਜਿਹੜਾ ਹੋਇਆ। ਉਸ ਤੋਂ ਬਾਅਦ ਢੈਂਦੀ ਕਲਾ ਵੱਲੇ ਜਿਹੜੀ ਕਾਂਗਰਸ ਆ ਗਈ। ਸੀਤਾਰਾਮ ਕੇਸਰੀ ਹੁਣੀ ਜਿਹੜੇ ਪ੍ਰਧਾਨ ਬਣੇ ਕਾਂਗਰਸ ਦੇ, ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣੇ, ਪਰ ਉਹਨਾਂ 5 ਸਾਲਾਂ ਦੀ ਜਿਹੜੀ ਸਰਕਾਰ ਆ ਉਸ ਤੋਂ ਬਾਅਦ ਢੈਂਦੀ ਕਲਾ ਵੱਲ ਨੂੰ ਗਈ। ਪਰ ਸੋਨੀਆ ਗਾਂਧੀ ਉਸ ਵੇਲੇ ਵੀ ਚਾਹੁੰਦੇ ਨਹੀਂ ਸੀ, ਪਰ ਜਦੋਂ ਕਮਾਂਡ ਦਿੱਤੀ ਗਈ ਤੇ ਇਹਨਾਂ ਦੀ ਮੈਂ ਥੋੜੀ ਜਿਹੀ ਯੋਗਤਾ ਦੱਸ ਦੇਵਾਂ ਵੀ ਇਹਨਾਂ ਨੇ ਸਭ ਤੋਂ ਵਧੀਆ ਤਾਂ ਢੰਗੇ ਜੋ ਸਾਡਾ ਸੰਵਿਧਾਨ ਕੀਤਾ ਵੀ ਸੈਕੂਲਰ, ਕਿ ਜਿਹੜਾ ਧਰਮ ਨਿਰਪੱਖ ਦੇਸ਼ ਆ ਸਾਡਾ ਜੀ। ਇਹਨਾਂ ਨੇ ਲਾਲੂ ਪ੍ਰਸਾਦ ਯਾਦਵ ਦੇ ਨਾਲ ਵੀ ਗੰਢ ਬਣਾ ਕੇ ਰੱਖੀ, ਇਹਨਾਂ ਨੇ ਦੇਵਗੌੜਾ ਵਰਗੇ ਬੰਦਿਆਂ ਦੇ ਨਾਲ ਵੀ ਗੰਢ ਜਿਹੜੀ ਆ ਬਣਾ ਕੇ ਰੱਖੀ, ਚਾਹੇ ਉਹ ਬਸਪਾ ਆ ਚਾਹੇ ਉਹ ਮੁਲਾਇਮ ਸਿੰਘ ਯਾਦਵ ਆ। ਜਿੰਨੇ ਵੀ ਬੰਦੇ ਜਿਹੜੇ ਆ ਜਿਹੜੇ ਧਰਮ ਨਿਰਪੱਖਤਾ ਵੱਲ ਨੂੰ ਜਿਹੜੇ ਜਾਣ ਦੇ ਵਿੱਚ ਭੂਮਿਕਾ ਨਿਭਾ ਸਕਦੇ ਸੀ ਉਧਰ ਨੂੰ ਚੱਲੇ।
ਤੇ ਦੂਜਾ ਇਹਨਾਂ ਦੇ ਗੱਲ ਸੀ ਕਿ ਇਹ ਇੱਕ ਕਮੇਟੀ ਬਣਾ ਕੇ, ਜਿਹੜੀ ਇਹਨਾਂ ਦੀ ਕਮੇਟੀ ਸੀ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਅੱਜ ਵੀ ਸੋਨੀਆ ਗਾਂਧੀ ਜਿਹੜਾ ਆਪ ਡਿਸੀਜਨ ਕਰਦੀ ਸੀ ਜਾਂ ਮੇਰਾ ਜਿਹੜਾ ਕਹਿਣਾ ਮੰਨਦੀ ਸੀ। ਚਾਹੇ ਇਹਨਾਂ ਨੇ ਬਹੁਤ ਸਾਰੇ ਜਿਹੜੇ ਉਸ ਵੇਲੇ ਐਕਟਿਵ ਹੋਏ ਆ ਜਿਹੜੇ ਬੰਦੇ ਸੀ ਕਾਫੀ ਅੱਗੇ ਜਿਹੜੇ ਵਧੇ ਆ, ਅਹਿਮਦ ਪਟੇਲ ਦਾ ਆਪਾਂ ਨਾਂ ਲੈ ਲਈਏ, ਭੁਪਿੰਦਰ ਹੁੱਡਾ ਦਾ ਨਾਂ ਲੈ ਲਈਏ, ਅਸ਼ੋਕ ਗਹਿਲੋਤ ਦਾ ਨਾਂ ਲੈ ਲਈਏ, ਕਾਫੀ ਜਿਹੜੀ ਡਿਵੈਲਪਮੈਂਟ ਹੋਈ ਆ। ਪਰ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਸੋਨੀਆ ਗਾਂਧੀ ਮੇਰੀ ਗੱਲ ਮੰਨਦੀ ਸੀ। ਈਵਨ ਕਿ ਮਨਮੋਹਨ ਸਿੰਘ ਨਹੀਂ ਇਹ ਗੱਲ ਕਹਿ ਸਕਦੇ ਵੀ ਸੋਨੀਆ ਗਾਂਧੀ ਮੇਰੀ ਕਿਹਾ ਮੰਨਦੀ ਸੀ। ਕਮੇਟੀ ਬੈਠਦੀ ਸੀ, ਉਹਦੇ ਵਿੱਚ ਡਿਸਾਈਡ ਕੀਤਾ ਜਾਂਦਾ ਸੀ, ਤੇ ਉਸ ਤੋਂ ਬਾਅਦ ਸੋਨੀਆ ਗਾਂਧੀ ਇਹ ਡਿਸੀਜਨ ਦਿੰਦੀ ਸੀ ਵੀ ਕਮੇਟੀ ਦਾ ਫੈਸਲਾ ਮੇਰਾ ਨਹੀਂ, ਤੇ ਆਮ ਵਰਕਰਸ ਦਾ ਵੀ ਫੈਸਲਾ ਜਿਹੜਾ ਆ ਸੁਣਿਆ ਜਾਂਦਾ ਸੀ। ਉਹਦੇ ਨਾਲ ਕੀ ਹੁੰਦਾ ਕਿ ਆਮ ਵਰਕਰ ਦਾ ਜਿਹੜਾ ਉਤਸ਼ਾਹ ਆ ਉਹ ਵੱਧਦਾ। ਨੋ ਡਾਊਟ ਰਾਹੁਲ ਗਾਂਧੀ ਨੇ ਰਾਜੀਵ ਗਾਂਧੀ ਤੋਂ ਬਹੁਤ ਜ਼ਿਆਦਾ ਕੰਮ ਕੀਤਾ। ਇਹਨਾਂ ਨੇ ਘੁੰਮਿਆ ਵੀ, ਠੀਕ ਆ, ਭਾਵੇਂ ਇਹਨਾਂ ਦੇ ਵਿੱਚ ਬਹੁਤ ਲੋਕਾਂ ਨੇ ਕਹਿ ਦਿੱਤਾ ਵੀ ਇਹਨਾਂ ਦੇ ਵਿੱਚ ਅਜੇ ਪਰਪੱਕਤਾ ਦੀ ਘਾਟ ਆ। ਉਹ ਕਾਰਨ ਉਹਦਾ ਇਹ ਆ ਵੀ ਵਿਦਆਊਟ ਐਕਸਪੀਰੀਅੰਸ ਤੁਸੀਂ ਕਿਸੇ ਬੰਦੇ ਨੂੰ, ਇੱਕ ਹੁੰਦਾ ਵੀ ਥੱਲਿਓਂ ਜਿਹੜਾ ਚੱਕਣਾ ਨੋ ਡਾਊਟ ਉਹ ਬੰਦਾ ਮਾੜਾ ਨਹੀਂ, ਉਹਦੇ ਉੱਤੇ ਤੁਸੀਂ ਇਹ ਨਹੀਂ ਕਹਿ ਸਕਦੇ। ਉਹ ਬੰਦਾ ਨੀਅਤ ਦਾ ਸਾਫ਼ ਰਾਹੁਲ ਗਾਂਧੀ ਨੀਅਤ ਦਾ ਸਾਫ਼ ਆ, ਪਰ ਉਹਦੇ ਵਿੱਚ ਪਰਪੱਕਤਾ ਦੀ ਘਾਟ ਹੈ, ਐਕਸਪੀਰੀਅੰਸ ਹੈ ਨਹੀਂ, ਐਕਸਪੀਰੀਅੰਸ ਦੀ ਘਾਟ। ਬਿਲਕੁਲ। ਜਿੱਥੇ ਸੋਨੀਆ ਗਾਂਧੀ ਦੇ ਨਾਲ ਆਪਣੇ ਨਾਲ ਕੋਈ ਬੰਦਾ ਨਹੀਂ ਹਾਵੀ ਹੋਣ ਦਿੱਤਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਬੰਦਾ ਕਹਿ ਨਹੀਂ ਸਕਦਾ ਵੀ ਆਹ ਬੰਦੇ ਮੇਰੀ ਗੱਲ ਮੰਨਦੀ ਆ, ਉੱਥੇ ਰਾਹੁਲ ਗਾਂਧੀ ਦੇ ਆਪਣੇ ਆਲੇ ਦੁਆਲੇ ਘੇਰਾ ਕਿਹਨਾਂ ਦਾ ਬਣਾਇਆ? ਘੇਰਾ ਉਹਨਾਂ ਲੋਕਾਂ ਦੇ ਬਣਾਇਆ ਜਿਨ੍ਹਾਂ ਲੋਕਾਂ ਨੇ ਉਹਨੂੰ ਇਨਫੋਰਮੇਸ਼ਨ ਹੀ ਨਹੀਂ ਦਿੱਤੀ। ਇੱਕ ਪ੍ਰਧਾਨ ਮੰਤਰੀ ਦਾ ਉਮੀਦਵਾਰ ਰਾਹੁਲ ਗਾਂਧੀ, ਜਿਹੜਾ ਕਿ ਉਸ ਵੇਲੇ ਜੇ ਕਾਂਗਰਸ ਜਿੱਤ ਜਾਂਦੀ ਉਹਨੇ ਪ੍ਰਧਾਨ ਮੰਤਰੀ ਬਣਨਾ ਹੈ, ਉਸ ਬੰਦੇ ਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਤੂੰ ਸਮ੍ਰਿਤੀ ਇਰਾਨੀ ਤੋਂ ਹਾਰ ਰਿਹਾ ਅਮੇਠੀ ਸੀਟ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਵੀ ਉਹਨੂੰ ਕਿੰਨੀਆਂ ਗਲਤ ਇਨਫੋਰਮੇਸ਼ਨਸ ਜਿਹੜੀਆਂ ਦਿੱਤੀਆਂ ਜਾ ਰਹੀਆਂ। ਇਹ ਜਿਹੜਾ ਉਹ ਉਸ ਬੰਦੇ ਨੂੰ ਹੀ ਮਹਿਸੂਸ ਹੋ ਗਿਆ, ਤੇ ਉਹਨੇ ਜਿਹੜੀ ਕਾਂਗਰਸ ਦੀ ਕਮੇਟੀ ਮੀਟਿੰਗ ਬੈਠੀ ਆ ਉਹਦੇ ਵਿੱਚ ਵੀ ਕਿਹਾ ਵੀ ਮੈਨੂੰ ਸਾਥ ਉਹ ਨਹੀਂ ਮਿਲਿਆ, ਹਰ ਕੋਈ ਬੰਦਾ ਆਪਣੇ ਪਰਿਵਾਰਵਾਦ ਦੇ ਵੱਲ ਗਿਆ। ਪਰ ਉਹਦੇ ਨਾਲ ਹੀ ਇਹ ਕਹਿਤਾ ਵੀ ਪ੍ਰਿਯੰਕਾ ਗਾਂਧੀ ਜਾਂ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਨਹੀਂ ਬਣੂਗਾ। ਪ੍ਰਿਯੰਕਾ ਗਾਂਧੀ ਦੀ ਹੁਣ ਕਮਜ਼ੋਰੀ ਇਹ ਆ ਕਿ ਰੋਬਰਟ ਵਡੇਰਾ ਦੇ ਉੱਤੇ ਇੰਨੇ ਦੋਸ਼ ਆ ਕਿ ਉਹ ਅੱਗੇ ਨਹੀਂ ਆ ਸਕਦੀ। ਸਾਰੇ ਸਾਡੇ ਦੋਸਤ ਜਿਹੜੇ ਜਾਣਦੇ ਆ। ਹੁਣ ਸੋਨੀਆ ਗਾਂਧੀ ਨੂੰ ਕਮਾਂਡ ਇਸ ਕਰਕੇ ਦੇਣੀ ਪਈ, ਭਾਵੇਂ ਰਾਹੁਲ ਗਾਂਧੀ ਚਾਹੁੰਦੇ ਨਹੀਂ ਸੀ ਕਿ ਕਮਾਂਡ ਇਸ ਕਰਕੇ ਦੇਣੀ ਚਾਹੁੰਦੇ ਆ ਕਿ ਅਸ਼ੋਕ ਗਹਿਲੋਤ ਮੰਨ ਲਓ ਬਣਾ ਦਿੱਤੇ ਜਾਂਦੇ, ਕਿ ਚਿੰਦਾਬਰਮ ਮੰਨ ਜਾਂਦਾ ਉਹਨੂੰ, ਚਿੰਦਾਬਰਮ ਨੂੰ ਬਣਾ ਦਿੱਤਾ ਜਾਂਦਾ, ਕਿ ਕੈਪਟਨ ਅਮਰਿੰਦਰ ਸਿੰਘ ਉਹਨੂੰ ਮੰਨ ਜਾਂਦੇ, ਜਾਂ ਕਿਸੇ ਨੂੰ ਵੀ ਕਮਲਨਾਥ ਨੂੰ ਬਣਾ ਦਈਏ। ਕਿਸੇ ਦੇ ਉੱਤੇ ਵੀ ਇੰਡੀਆ ਦੇ ਵਿੱਚ ਕਿਸੇ ਦੇ ਉੱਤੇ ਏਕਤਾ ਨਹੀਂ ਹੋ ਸਕਦੀ। ਹਰ ਕੋਈ ਬੰਦਾ ਜਿਹੜਾ ਵਿਰੋਧ ਕਰੂਗਾ। ਇੱਕ ਗਾਂਧੀ ਪਰਿਵਾਰ ਇਦਾਂ ਦਾ ਜਿਹਦੇ ਉੱਤੇ ਕੋਈ ਬੰਦਾ ਕਿੰਤੂ ਪਰੰਤੂ ਨਹੀਂ ਕਰ ਸਕਦਾ। ਇਸ ਕਰਕੇ ਸੋਨੀਆ ਗਾਂਧੀ ਨੂੰ ਦੁਬਾਰਾ ਜਿਹੜੀ ਕਮਾਂਡ ਦਿੱਤੀ ਗਈ। ਪਰ ਨਾਲ ਮੈਂ ਇਹ ਜ਼ਰੂਰ ਦੱਸ ਦੇਵਾਂ ਕਿ ਸੋਨੀਆ ਗਾਂਧੀ ਇਸ ਪ੍ਰਭਾਵ ਦੇ ਵਿੱਚ ਆ ਗਈ ਆ ਕਿ ਰਾਹੁਲ ਗਾਂਧੀ ਤੇ ਰਾਜੀਵ ਗਾਂਧੀ ਤੋਂ ਬੈਟਰ ਉਹ ਨੇਤਾ ਹੈਗੀ ਆ, ਤੇ ਸ਼ਾਇਦ ਇਹਦਾ ਜਿਹੜਾ ਕੋਈ ਸੁਧਾਰਵਾਦੀ ਜਿਹੜਾ ਰੂਪ ਆ ਉਹ ਆ ਸਕਦਾ। ਸੋ ਦਲਜੀਤ ਜੀ, ਅਗਲਾ ਜਿਹੜਾ ਮੇਰਾ ਸਵਾਲ ਹੈ ਉਹ ਵੀ ਕਾਂਗਰਸ ਦੇ ਨਾਲ ਹੀ ਆ ਕਿ ਜਿਹੜਾ ਕਾਂਗਰਸ ਦੇ ਇੱਕ ਦਿੱਗਜ ਨੇਤਾ ਆ, ਸਾਬਕਾ ਜਿਹੜੇ ਕੇਂਦਰੀ ਮੰਤਰੀ ਆ ਪੀ ਚਿਦੰਬਰਮ, ਉਹਨਾਂ ਦਾ ਆਇਆ ਜੀ INX ਮੀਡੀਆ ਭ੍ਰਿਸ਼ਟਾਚਾਰ 'ਚ ਨਾਮ ਆ ਗਿਆ, ਜਿਸ ਤੋਂ ਬਾਅਦ ਉਹਨਾਂ 'ਤੇ ਗ੍ਰਿਫਤਾਰੀ ਜਿਹੜੀ ਤਲਵਾਰ ਹੈ ਉਹ ਲਗਾਤਾਰ ਲਟਕ ਰਹੀ ਆ। ਕਿਉਂਕਿ ਜਿਹੜੇ ਪਿਛਲੇ ਮੰਗਲਵਾਰ ਆ ਉਦੋਂ ਜਿਹੜੇ ਹਾਈ ਕੋਰਟ ਨੇ ਵੀ ਉਹਨਾਂ ਦੀ ਪਟੀਸ਼ਨ ਖਾਰਿਜ ਕਰਤੀ, ਅਤੇ ਸੁਪਰੀਮ ਕੋਰਟ ਵੱਲੋਂ ਵੀ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਸੋ ਥੋੜੀ ਜਾਣਕਾਰੀ ਦਿਓ ਕਿ ਇਹ ਪੂਰਾ ਮਾਮਲਾ ਆਖਰ ਹੈ ਕੀ? ਦੇਖੋ ਦੇਵ ਸਿੱਧੂ ਸਾਹਿਬ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਜੀ। ਦੁਨੀਆ ਦੇ ਵਿੱਚ ਦੁਰਘਟਨਾਵਾਂ ਦੇਖ ਲਓ ਕਿ ਵਕਤ ਨੂੰ ਬਦਲਦਿਆਂ ਟਾਈਮ ਨਹੀਂ ਲੱਗਦਾ। ਅੱਜ ਪਿਛਲੇ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ, ਤੁਸੀਂ ਕਿਹਾ ਸੀ ਵੀ ਮੋਦੀ ਜਿਹੜਾ ਇਸ ਵੇਲੇ ਸੁਪਰੀਮ ਪਾਵਰ ਆ। ਮੈਂ ਉਸ ਵੇਲੇ ਵੀ ਕਿਹਾ ਸੀ ਇਹ ਗੱਲ ਕਿ ਇੰਦਰਾ ਗਾਂਧੀ ਵੀ ਕਿਸੇ ਵੇਲੇ ਸੁਪਰੀਮ ਪਾਵਰ ਸੀ। ਜੀ ਸੁਪਰੀਮ ਪਾਵਰ ਇਸ ਦੁਨੀਆ ਦੇ ਵਿੱਚ ਇੱਕ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ। ਇਹ ਇੱਕ ਟਾਈਮ ਹੁੰਦਾ ਜੀ। ਚਿੰਦਾਬਰਮ ਉਸ ਵੇਲੇ ਹੋਮ ਮਿਨਿਸਟਰ ਸੀ। ਇੱਕ ਸ਼ਹਾਬੂਦੀਨ ਕੇਸ ਚੱਲਿਆ ਸੀ, ਉਹਦੇ ਵਿੱਚ ਅਮਿਤ ਸ਼ਾਹ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਤੋਂ 9 ਸਾਲ ਪਹਿਲਾਂ 2010 ਦੇ ਵਿੱਚ ਜੀ। ਹੁਣ ਪਰਿਸਥਿਤੀਆਂ ਉਲਟ ਨੇ ਜੀ। ਬਿਲਕੁਲ। ਜਿਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਇਸ ਵੇਲੇ ਹੋਮ ਮਿਨਿਸਟਰ ਆ। ਬਿਲਕੁਲ। ਜਿਸ ਬੰਦੇ ਦੇ ਹੋਮ ਮਿਨਿਸਟਰ ਹੁੰਦਿਆਂ ਗ੍ਰਿਫਤਾਰ ਹੋਇਆ ਸੀ ਇਸ ਵੇਲੇ ਉਹ ਗ੍ਰਿਫਤਾਰੀ ਦੇ ਵੱਲ। ਇਹ ਜਿਹੜਾ ਮੀਡੀਆ ਦਾ ਹੈਗਾ ਇੰਦਰਾਣੀ ਮੁਖਰਜੀ, ਜਿਨ੍ਹਾਂ ਨੇ ਵੈਸੇ ਉਹ ਵੀ ਇੱਕ ਕੇਸ ਜਿਹੜਾ ਆ ਕਤਲ ਦਾ ਭੁਗਤ ਰਹੀ ਆ ਆਪਣੀ ਕੁੜੀ ਦਾ ਹੀ,
ਉਹਦੇ ਵਿੱਚ ਹੀ ਇਹ ਕਿਹਾ ਗਿਆ ਵੀ ਮੈਨੂੰ ਜਿਹੜਾ $10 ਲੱਖ ਦੀ ਸ਼ਾਇਦ ਕੋਈ ਰਿਸ਼ਵਤ ਜਿਹੜੀ ਆ ਮੰਗੀ ਗਈ ਜੀ। ਤੇ ਇਹ ਜਿਹੜੀ ਰਿਸ਼ਵਤ ਆ ਉਹਦੇ ਵਿੱਚ ਇਹਨਾਂ ਦੇ ਕਾਰਤੀ ਚਿੰਦਾਬਰਮ ਜਿਹੜਾ ਇਹਨਾਂ ਚਿੰਦਾਬਰਮ ਦਾ ਲੜਕਾ ਆ ਉਹਦਾ ਵੀ ਨਾਂ ਜਿਹੜਾ ਆ ਵਿੱਚ ਆ ਰਿਹਾ ਜੀ। ਪਰ ਅਜੇ ਤੱਕ ਹਾਈ ਕੋਰਟ ਤੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਵੀ ਕੋਈ ਰਿਆਇਤ ਜਿਹੜੀ ਆ ਮਿਲੀ ਨਹੀਂ। ਭਾਵੇਂ ਪ੍ਰਿਅੰਕਾ ਗਾਂਧੀ ਨੇ ਇਹ ਬਿਆਨ ਦਿੱਤਾ ਆ ਕਿ ਉਹ ਸੱਚ ਨੂੰ ਸੱਚ ਕਹਿਣ ਵਾਲਾ ਬੰਦਾ ਚਿੰਦਾਬਰਮ, ਪਰ ਮੈਂ ਜ਼ਰੂਰ ਦੱਸ ਦੇਵਾਂ ਵੀ 1987 ਦੇ ਵਿੱਚ ਸ਼ਾਇਦ ਉਸ ਵੇਲੇ ਮਿਨਿਸਟਰ ਸੀਗੇ ਸੈਂਟਰ ਦੇ ਵਿੱਚ, ਤੇ ਉਸ ਵੇਲੇ ਵੀ ਇੱਕ ਬੜੀ ਇਹ ਕਿਹਾ ਜਾਂਦਾ ਵੀ ਇਹਨਾਂ ਨੇ ਪੰਜਾਬ ਨੂੰ ਇਸ ਤਰੀਕੇ ਨਾਲ ਕਿਹਾ ਗਿਆ ਵੀ ਬਾਕੀ ਬਾਕੀ ਜਿਹੜਾ ਭਾਰਤ ਆ ਉਹ ਕਿੱਦਾਂ ਸੋਚ ਰਿਹਾ ਆ, ਜਾਣੀ ਪੰਜਾਬ ਨੂੰ ਪੰਜਾਬ ਦੇ ਤੌਰ ਦੇ ਉੱਤੇ ਡਿਸੀਜਨ ਨਹੀਂ ਕਿਹਾ ਗਿਆ। ਇਹ ਕਿਹਾ ਜਾਂਦਾ ਵੀ ਜਿਹੜਾ ਇਹਨਾਂ ਨੇ ਬਲਵੰਤ ਸਿੰਘ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਗਈ ਵੀ ਉਹ ਐਂਟੀ ਪੰਜਾਬ ਸੀ। ਫਿਰ 2018 ਦੇ ਵਿੱਚ ਇੱਕ ਜਿਹੜਾ ਧਾਰਮਿਕ ਗ੍ਰੰਥ ਬੇਅਦਬੀ ਹੋਈ, ਬਰਗਾੜੀ ਕਾਂਡ ਹੋਇਆ, ਉਸ ਤੋਂ ਬਾਅਦ ਪੰਜਾਬ ਸਰਕਾਰ ਨੇ 2018 ਦੇ ਵਿੱਚ ਇੱਕ ਐਕਟ ਲਿਆਂਦਾ ਸੀ ਜਿਹੜਾ ਕਿ ਇਹਨੂੰ ਪਾਬੰਦ ਸੀਗਾ ਇਹ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਨੂੰ, ਤੇ ਚਿੰਦਾਬਰਮ ਹੁਣੀ ਵਿਰੋਧ ਵੀ ਉਸ ਕਾਨੂੰਨ ਦਾ ਕੀਤਾ ਸੀ, ਉਸ ਐਕਟ ਦਾ। ਇਸ ਕਰਕੇ ਪੰਜਾਬੀਆਂ ਨੂੰ ਕੋਈ ਮੈਨੂੰ ਲੱਗਦਾ ਵੀ ਇੰਨੀ ਖਾਸ ਪਰੇਸ਼ਾਨੀ ਨਹੀਂ ਹੋਣੀ ਜੇ ਮੋਦੀ ਸਰਕਾਰ ਨੇ ਇਹਨੂੰ ਘੇਰ ਲਿਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਇਹਨਾਂ ਨੂੰ ਕੋਈ ਰਿਆਇਤ ਜਿਹੜੀ ਆ ਮਿਲਦੀ ਆ ਜਾਂ ਨਹੀਂ। ਤਾਂ ਪਰ ਫਿਰ ਮੈਂ ਇੱਕ ਵਾਰੀ ਕਹਿ ਦੇਵਾਂ ਕਿ ਇਹ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ, ਕੋਈ ਵੀ ਬੰਦਾ ਸੁਪਰੀਮ ਨਹੀਂ ਜੀ। ਬਿਲਕੁਲ। ਸੋ ਦਲਜੀਤ ਜੀ, ਅੱਜ ਦਾ ਜਿਹੜਾ ਆਖਰੀ ਜਿਹੜਾ ਮੁੱਦਾ ਆ ਉਹ ਹੈ ਜੀ ਗਰੀਬੀ ਜੀ। ਆਪਾਂ ਸਾਰੇ ਜਾਣਦੇ ਹਾਂ ਕਿ ਗਰੀਬੀ ਹੰਡਾਉਣੀ ਬਹੁਤ ਔਖੀ ਆ, ਕਿਉਂਕਿ ਇੱਕ ਗਰੀਬ ਇਨਸਾਨ ਦੀ ਮੇਰੇ ਖਿਆਲ ਹਰ ਰੋਜ਼ ਦੀ ਜਿਹੜੀ ਦੌੜ ਆ ਉਹ ਸਿਰਫ ਇੰਨੀ ਕੁ ਹੁੰਦੀ ਆ ਕਿ ਉਹ ਆਪਣੀ 2 ਟਾਈਮ ਦੀ ਜਿਹੜੀ ਰੋਟੀ ਆ ਉਹ ਕਮਾ ਸਕੇ। ਸੋ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਕਿ ਬਿਹਾਰ ਦੇ ਕੁਝ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਗਰੀਬੀ ਤੋਂ ਤੰਗ ਆ ਕੇ ਆਪਣੇ ਬੱਚੇ ਤੱਕ ਵੇਚਣੇ ਪਏ। ਕੀ ਕਹੋਗੇ? ਦੇਖੋ, ਬਿਹਾਰ ਜਦੋਂ ਦਾ ਭਾਰਤ ਆਜ਼ਾਦ ਹੋਇਆ ਸਭ ਤੋਂ ਪਛੜੇ ਰਾਜਾਂ ਦੇ ਵਿੱਚ ਆਉਂਦਾ ਜੀ। ਭਾਵੇਂ ਕਾਰਗੁਜ਼ਾਰੀ ਵਧੀਆ ਹੋ ਰਹੀ ਆ, ਨਿਤਿਸ਼ ਕੁਮਾਰ ਦੀ ਸਰਕਾਰ ਦੂਜੀ ਵਾਰ ਬਣੀ ਆ, ਪਰ ਜੇ ਅਸੀਂ ਦੇਖੀਏ ਵੀ ਕੰਪੈਰੀਜ਼ਨ ਕਰੀਏ ਹੋਰ ਸਟੇਟਾਂ ਦੇ ਨਾਲ, ਪੰਜਾਬ ਦੇ ਨਾਲ, ਗੁਜਰਾਤ ਦੇ ਨਾਲ, ਮਹਾਰਾਸ਼ਟਰ ਦੇ ਨਾਲ, ਤੇ ਗੁਜਰਾਤ ਦਾ ਸਥਾਨ ਬਹੁਤ ਥੱਲੇ ਚਲੇ ਜਾਂਦਾ। ਭਾਰਤ ਸਰਕਾਰ ਨੇ ਇੱਕ ਵੱਖਰਾ ਸਟੇਟ ਵੀ ਬਣਾਤਾ ਝਾਰਖੰਡ ਜੀ, ਬਈ ਕਾਰਗੁਜ਼ਾਰੀ ਜਿਹੜੀ ਆ ਸੁਧਾਰੀ ਜਾਵੇ। ਇਹ ਬਿਹਾਰ ਦੇ ਵਿੱਚੋਂ ਹੀ ਕੱਢਿਆ ਸੀ ਝਾਰਖੰਡ ਵੀ ਜੀ। ਨਲੰਦਾ ਦੀ ਘਟਨਾ ਹੈਗੀ ਆ, ਨਲੰਦਾ ਜਿਹੜਾ ਕਿ ਨਿਤਿਸ਼ ਕੁਮਾਰ ਦਾ ਆਪਣਾ ਜੱਦੀ ਜ਼ਿਲ੍ਹਾ ਜਿਹੜਾ ਕਿ ਇਸ ਵੇਲੇ ਮੁੱਖ ਮੰਤਰੀ ਆ ਜੀ, ਉੱਥੇ ਜਿਹੜੇ 2 ਬੱਚੇ ਆ ਬਈ ਉਹ ਜਿਹੜੀ ਜਨਾਨੀ ਆ ਔਰਤ ਆ, ਉਹਦੇ 2 ਬੱਚੇ ਆ, ਇੱਕ 2 ਸਾਲਾਂ ਦਾ ਇੱਕ 6 ਮਹੀਨਿਆਂ ਦਾ। ਉਹਦੇ ਪਤੀ ਦੀ ਮੌਤ ਹੋ ਗਈ ਆ ਜੀ। ਹੁਣ ਉਹ ਜਿਹੜੀ ਦੂਜਾ ਵਿਆਹ ਕਰਾਉਂਦੀ ਆ, ਪਰ ਦੂਜਾ ਪਤੀ ਵੀ ਉਹਨੂੰ ਛੱਡ ਦਿੰਦਾ ਵੀ ਇਹ ਤਾਂ ਤਬਦੀਕ ਰੋਗ ਦੀ ਮਰੀਜ਼ ਹੈਗੀ ਆ ਜੀ। ਹੁਣ ਉਹਨੂੰ ਆਪਣਾ ਫਿਕਰ ਆ। ਦੇਖੋ, ਮਾਂ ਨੂੰ ਜਿਹੜੇ ਆਪਣੇ ਨਿਆਣੇ ਆ ਉਹ ਜ਼ਿਆਦਾ ਪਿਆਰੇ ਹੁੰਦੇ ਆ, ਬਿਲਕੁਲ। ਉਹਨੇ ਵੇਚਣ ਲਈ ਲਾਤੇ ਆਪਣੇ ਨਿਆਣੇ ਜੀ। ਤੁਸੀਂ ਇੱਕ ਇਹ ਆਪਣੇ ਤੇ ਲਾ ਕੇ ਦੇਖੋ, ਬਿਲਕੁਲ, ਵੀ ਆਪਣੇ ਨਿਆਣੇ ਕੌਣ ਬੰਦਾ ਵੇਚੂਗਾ, ਬਿਲਕੁਲ, ਕਿੱਡਾ ਉਹ ਮਜਬੂਰ ਹੋਊਗਾ। ਉਹਨੂੰ ਪੁੱਛਿਆ ਗਿਆ ਬਈ ਤੂੰ ਕਿਉਂ ਵੇਚਣ ਲੱਗੀ? ਉਹ ਕਹਿੰਦੀ ਵੀ ਘੱਟੋ ਘੱਟ ਇਹਨੂੰ ਰੋਟੀ ਤਾਂ ਮਿਲੂਗੀ। ਜੇ ਮੇਰੇ ਬੱਚੇ ਆ, ਇੱਕ 6 ਮਹੀਨੇ ਦਾ, ਇੱਕ 2 ਸਾਲ ਦਾ, ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਸਾਡੀਆਂ ਸਰਕਾਰਾਂ, ਸਾਡੇ ਸਿਸਟਮ, ਸਾਡਾ ਜਿਹੜਾ ਸੋਸ਼ਲ ਸਟਰਕਚਰ ਆ ਕਿੰਨਾ ਵਿਗੜ ਚੁੱਕਾ। ਫਿਰ ਇੱਕ ਭੱਠਾ ਮਜ਼ਦੂਰ ਦੀ ਆਪਾਂ ਗੱਲ ਕਰ ਲਈ, ਉਹ ਝਾਰਖੰਡ ਦੀ ਜਿਹੜੀ ਹੈਗੀ ਆ, ਉਹਦੇ ਵਿੱਚ ਵੀ ਇਹੀ ਹਾਲਾਤ ਹੈਗੇ ਆ ਵੀ ਭੱਠਾ ਮਜ਼ਦੂਰ ਆ। ਭੱਠਿਆਂ ਦੀ ਇਹ ਪ੍ਰੋਬਲਮ ਹੈਗੀ ਆ ਵੀ ਕੰਮ ਚੱਲਦਾ ਜਦੋਂ ਮੀਂਹ ਪੈ ਜਾਂਦਾ। ਹੁਣ ਅੱਜ ਕੱਲ੍ਹ ਕੰਮ ਬੰਦ ਆ, ਬਿਲਕੁਲ ਠੱਪ ਹੋ ਜਾਂਦਾ ਕਿਉਂਕਿ ਮੀਂਹਾਂ ਦੇ ਵਿੱਚ ਇਹ ਕੰਮ ਨਹੀਂ ਚੱਲਣਾ, ਕਿਉਂਕਿ ਇਹ ਕੱਚਾ ਮਿੱਟੀ ਦਾ ਕੰਮ ਆ। ਮੀਂਹ ਪੈ ਗਿਆ ਤੇ ਇੱਟਾਂ ਖਰਾਬ ਹੋ ਜਾਣੀਆਂ, ਤੇ ਭੱਠਾ ਮਜ਼ਦੂਰ ਜਿਹੜੇ ਵਿਹਲੇ ਰਹਿੰਦੇ ਆ ਇਹ 3-4 ਮਹੀਨੇ, ਪਰ ਇਹਨਾਂ ਵਿਚਾਰਿਆਂ ਨੂੰ 3-4 ਮਹੀਨੇ ਹੰਡਾਉਣੇ ਜਿਹੜੇ ਬਹੁਤ ਔਖੇ ਹੋ ਜਾਂਦੇ ਆ। ਉਹਦੇ ਵਿੱਚ ਉਹ ਖੁਦਕੁਸ਼ੀ ਕਰ ਜਾਂਦਾ ਜੀ। ਤੇ ਉਸ ਤੋਂ ਬਾਅਦ ਜਿਹੜੇ ਬੱਚਿਆਂ ਦੀ ਕੀ ਕੰਡੀਸ਼ਨ ਬਣਦੀ ਆ ਵੇਚਣ ਦੀ, ਉਹਦੇ ਵਿੱਚ ਖੁਦਕੁਸ਼ੀਆਂ ਦੀ ਇਹ ਵੀ ਹਾਲਾਤ ਹੈਗੇ ਆ। ਫਿਰ ਝਾਰਖੰਡ ਦੇ ਵਿੱਚ ਖੁਦਕੁਸ਼ੀਆਂ ਦਾ ਰੇਟ, ਬਿਹਾਰ ਦੇ ਵਿੱਚ ਰੇਟ ਜਿਹੜਾ ਆ ਇੰਨਾ ਜ਼ਿਆਦਾ ਵੱਧ ਰਿਹਾ। ਭਾਵੇਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਖੁਦਕੁਸ਼ੀਆਂ ਹੋ ਰਹੀਆਂ, ਮਹਾਰਾਸ਼ਟਰ ਦੇ ਵਿੱਚ ਹੋ ਰਹੀਆਂ, ਕਰਨਾਟਕਾ ਦੇ ਵਿੱਚ ਹੋ ਰਹੀਆਂ। ਇਹ ਬੰਦੇ ਕੌਣ ਨੇ? ਬਿਲਕੁਲ, ਇਹ ਉਹ ਨੇ ਜਿਹੜੇ ਦਿਹਾਤ ਦੇ ਵਿੱਚ, ਜਿੱਦਾਂ ਆਪਾਂ ਗੱਲ ਕੀਤੀ ਸੀ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਕਿ ਦਰਿਆਵਾਂ ਦੇ ਨਾਲ ਲੋਕ ਰਹਿ ਰਹੇ ਆ ਜੀ। ਉਹਨਾਂ ਬੰਦਿਆਂ ਨੂੰ ਜਾ ਕੇ ਪੁੱਛੋ ਵੀ ਤੁਸੀਂ ਕੀ ਹੰਢਾ ਰਹੇ ਆ ਜੀ।
ਉਹਨਾਂ ਬੰਦਿਆਂ ਨੂੰ ਇਸ ਵੇਲੇ ਮੁਸੀਬਤ ਕੀ ਆ? ਬਿਲਕੁਲ। ਜਿਹੜੇ ਬੰਦੇ ਰਾਤ ਨੂੰ ਬਰਸਾਤਾਂ ਦੇ ਵਿੱਚ ਸੌਂਦੇ ਨਹੀਂ, ਕਿਤੇ ਦਰਿਆ ਨਾ ਚੜਿਆ ਹੋਵੇ ਜੀ ਬਿਲਕੁਲ, ਗੀੜਾ ਮਾਰਦੇ ਆ ਉਹ ਕਿ ਕਿਤੇ ਦਰਿਆ ਨਾ ਚੜਿਆ ਹੋਵੇ। ਭਾਵੇਂ ਸਾਨੂੰ ਕੋਈ ਫਿਕਰ ਨਹੀਂ ਹੁੰਦਾ, ਸਾਨੂੰ ਤਾਂ ਖਬਰ ਮਿਲ ਜਾਂਦੀ ਆ ਵੀ ਜਿਹੜਾ ਭਾਖੜਾ ਡੈਮ ਵਾਲੇ ਜਿਹੜੇ ਆ ਛੱਡਣ ਲੱਗੇ ਆ ਹਨਾ, ਉਹ ਬੰਦਿਆਂ ਨੂੰ ਰੋਜ਼ ਇਹ ਫਿਕਰ ਹੁੰਦਾ ਵੀ ਅੱਜ ਮੀਂਹ ਪੈ ਗਿਆ, ਕਿਤੇ ਦਰਿਆ ਨਾ ਚੜਿਆ ਹੋਵੇ। ਇਹ ਉਹ ਲੋਕ ਨੇ, ਇਹ ਲੋਕ ਜਿਹੜੇ ਆ ਜਿਨ੍ਹਾਂ ਨੂੰ ਸਵੇਰ ਦੀ ਕਮਾਈ ਸ਼ਾਮ ਤੱਕ ਜਿਹੜੀ ਖਾਣੀ ਬਿਲਕੁਲ, ਤੇ ਉਹਨਾਂ ਲੋਕਾਂ ਦਾ ਜਿਹੜਾ ਸੋਚਣਾ, ਉਹਨਾਂ ਦੀ ਜਿਹੜੀ ਇੱਕ ਇੰਸ਼ੋਰੈਂਸ, ਉਹਨਾਂ ਦਾ ਇੱਕ ਜੀਣ ਦਾ ਢੰਗ, ਉਹਨਾਂ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਆ, ਇਸ ਗੱਲ ਦੇ ਉੱਤੇ ਜਿਹੜਾ ਸਵੀਕਾਰ ਜਿਹੜਾ ਕਰਨਾ ਗੌਰਮੈਂਟ ਨੂੰ ਪੈਣਾ, ਪ੍ਰਸ਼ਾਸਨ ਨੂੰ ਉਹਨਾਂ ਦੀ ਜਿਹੜੀ ਹਿੱਤਾਂ ਦੀ ਧਿਆਨ ਜਿਹੜਾ ਰੱਖਣਾ ਪੈਣਾ, ਤੇ ਤਾਂ ਹੀ ਜਿਹੜੀ ਦੇਸ਼ ਦੀ ਜਿਹੜੀ ਡਿਵੈਲਪਮੈਂਟ ਆ ਉਹ ਹੋ ਸਕਦੀ ਹੈ। ਜੀ ਸੋ ਦਲਜੀਤ ਜੀ, ਘੜੀ ਦਾ ਇਸ਼ਾਰਾ ਤੇ ਆਪਣੇ ਜਾਣ ਦਾ ਵੇਲਾ ਦੋਵੇਂ ਹੋ ਚੁੱਕੇ ਆ ਜੀ। ਸੋ ਆਪਾਂ ਮਿਲਦੇ ਹਾਂ ਅਗਲੇ ਹਫਤੇ। ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਦੇਵ ਸਿੱਧੂ ਸਾਹਿਬ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ ਤੇ ਜਾਂਦੇ ਜਾਂਦੇ ਤੁਹਾਨੂੰ ਦੱਸਦੇ ਜਾਈਏ ਕਿ ਤੁਸੀਂ ਰੀਅਲ ਟੀਵੀ, ਜੈਂਗਾ ਟੀਵੀ, IPTV ਗਲੈਕਸੀ ਤੇ ਸ਼ਾਵਾ ਗੋਲਡ, ਇਹਨਾਂ ਸਾਰਿਆਂ ਤੇ ਇੰਡੋਜ਼ ਟੀਵੀ ਆਸਟ੍ਰੇਲੀਆ ਦਾ ਆਨੰਦ ਮਾਣ ਸਕਦੇ ਹੋ। ਤੇ ਨਾਲ ਦੀ ਨਾਲ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਹੁਣ ਦਿਓ ਜੀ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।